ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਤੇ ਜੀਵਨ ਬਾਰੇ ਵਿਚਾਰ ਕਰਾਂਗੇ। 1656 ਈਸਵੀ 1656 ਈਸਵੀ ਦੇ ਵਿੱਚ 8ਵੇਂ ਪਾਤਸ਼ਾਹ ਦਾ ਪ੍ਰਕਾਸ਼ 7ਵੇਂ ਪਾਤਸ਼ਾਹ ਗੁਰੂ ਹਰਿ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਕੀਰਤਪੁਰ ਸਾਹਿਬ ਜਾਂਦੇ ਰਹਿੰਦੇ ਹੋ, ਪਰ ਬਹੁਤੇ ਲੋਕ ਮੈਂ ਦੇਖਿਆ ਬਾਬਾ ਬੁੱਢਾ ਜੀ ਦੇ ਤੇ ਬਾਬਾ ਗੁਰਦਿੱਤਾ ਜੀ ਦੇ ਜਾਂਦੇ, ਉੱਥੇ ਬੜੀ ਰੌਣਕ ਹੁੰਦੀ ਹੈ। ਪਰ 6ਵੇਂ ਪਾਤਸ਼ਾਹ ਦੇ ਹੁਕਮ ਨਾਲ ਉਹਨਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਇਹ ਨਗਰ ਵਸਾਇਆ। ਜਦੋਂ ਨਗਰ ਵਸ ਗਿਆ ਤਾਂ 1635 ਈਸਵੀ ਦੇ ਵਿੱਚ ਸਾਰਾ ਪਰਿਵਾਰ ਇੱਥੇ ਆ ਗਿਆ। 6ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਰਹੇ, 7ਵੇਂ ਪਾਤਸ਼ਾਹ ਰਹੇ, 8ਵੇਂ ਪਾਤਸ਼ਾਹ ਪੈਦਾ ਹੀ ਕੀਰਤਪੁਰ ਸਾਹਿਬ 'ਚ ਹੋਏ, 9ਵੇਂ ਪਾਤਸ਼ਾਹ ਵੀ ਰਹੇ। ਜਿਸ ਘਰ ਵਿੱਚ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉੱਥੇ ਬਹੁਤ ਲੋਕ ਘਟ ਜਾਂਦੇ ਨੇ। ਮੈਂ ਦੇਖਿਆ ਉੱਥੇ ਰੌਣਕ ਹੀ ਨਹੀਂ ਹੁੰਦੀ। ਕੋਈ ਵਿਰਲਾ ਢਾਵਾਂ ਹੁੰਦਾ, ਜਾਂ ਉਹ ਜਿਹੜਾ ਗੁਰਦੁਆਰੇ ਦਾ ਭਾਈ ਹੈ ਉਹ ਵਿਚਾਰਾ ਫੁੱਲੜੀਆਂ ਜਿਹੀ ਲੈ ਕੇ ਗੁਰਦੁਆਰੇ ਬੈਠਾ ਹੁੰਦਾ, ਕੋਈ ਵਿਰਲਾ ਢਾਵਾਂ ਨਹੀਂ। ਉੱਥੇ ਗੁਰੂ ਨਾਨਕ ਦੇਵ ਜੀ ਆਏ ਸਨ, ਨਾਲ ਗੁਰਦੁਆਰਾ ਸਾਹਿਬ ਹੈ। ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਉੱਥੇ ਪਾਰਕਿੰਗ ਹੈ ਨਹੀਂ, ਕਿ ਉਹ ਬਾਜ਼ਾਰ ਦੇ ਵਿੱਚ ਹੈ। ਉਹ ਬਾਜ਼ਾਰ ਦੇ ਵਿੱਚ ਹੋਣ ਕਰਕੇ ਹੁਣ ਇਹਨਾਂ ਥਾਵਾਂ 'ਤੇ ਬਹੁਤ ਕਾਰਾਂ ਜਾਂਦੀਆਂ ਨੇ, ਉੱਥੇ ਕਾਰਾਂ ਖੜੀਆਂ ਕਰਨ ਨੂੰ ਪਾਰਕਿੰਗ ਹੀ ਹੈ ਨਹੀਂ। ਇੱਕ ਤਾਂ ਇਸ ਲਈ ਵੀ ਲੋਕ ਨਹੀਂ ਜਾਂਦੇ, ਇੱਕ ਉੱਥੇ ਕੋਈ ਵੱਡੇ ਵੱਡੇ ਬੋਰਡ ਨਹੀਂ ਲਾ ਰੱਖੇ ਬਾਬਾ ਗੁਰਦਿੱਤਾ ਜੀ ਦੇ ਤੇ ਬੁੱਢਣ ਸ਼ਾਹ ਦੇ, ਕਿ ਭਾਈ ਜਿੱਥੇ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਰਹੇ, ਉਸ ਸਥਾਨ 'ਤੇ ਵੀ ਤੁਸੀਂ ਜ਼ਰੂਰ ਜਾਇਆ ਕਰੋ। ਦੇਖੋ ਜੇ ਪੀਰ ਬੁੱਢਣ ਸ਼ਾਹ ਪ੍ਰਚਾਰ ਕਰਦੇ ਰਹਿੰਦੇ ਨਾ ਵੀ ਦੇਖੋ ਜੀ ਬਾਬਾ ਗੁਰਦਿੱਤਾ ਜੀ ਨੇ ਕਿਹਾ ਵੀ ਪੀਰ ਜੀ ਤੁਸੀਂ ਦੂਜੀ ਪਹਾੜੀ 'ਤੇ ਚਲੇ ਜਾਓ। ਉਹ ਕਹਿੰਦੇ ਵੀ ਉੱਥੇ ਸਾਨੂੰ ਕੌਣ ਪੁੱਛੇਗਾ, ਦੂਜੀ ਪਹਾੜੀ ਕਹਿੰਦੇ। ਉਹ ਬਾਬਾ ਗੁਰਦਿੱਤਾ ਜੀ ਕਹਿੰਦੇ ਵੀ ਜਿਹੜਾ ਸਾਡੇ ਆਇਆ ਕਰੇਗਾ ਨਾ ਉਹ ਤੁਹਾਡੇ ਵੀ ਜ਼ਰੂਰ ਆਇਆ ਕਰੇਗਾ। ਇਸ ਤਰ੍ਹਾਂ ਪ੍ਰਚਾਰ ਕਰਦਿਆਂ ਉਹਨੇ ਰੌਣਕ ਲਾ ਲਈ ਹੈ। 1974 'ਚ ਮੈਂ ਪਹਿਲੀ ਵਾਰ ਕੀਰਤਪੁਰ ਸਾਹਿਬ ਗਿਆ ਸੀ। ਸੁੰਨਸਾਨ ਬਾਬਾ ਗੁਰਦਿੱਤਾ ਤੇ ਇਹਨਾਂ ਥਾਵਾਂ 'ਤੇ ਹੁੰਦੇ ਬੁੱਢਣ ਸ਼ਾਹ ਦੇ, ਮੈਨੂੰ ਬੰਦਾ ਪੰਦਾ ਹੀ ਨਹੀਂ ਸੀ ਦਿਸਦਾ। ਹੌਲੀ 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 ਆਵਾਜਾਈ ਦੇ ਸਾਧਨ ਹੋ ਗਏ, ਪ੍ਰਚਾਰ ਹੋ ਗਿਆ। ਉਹਨਾਂ ਨੇ ਸਾਡੇ ਤੋਂ ਵੱਧ ਪ੍ਰਚਾਰ ਕਰ ਲਿਆ ਮੁਸਲਮਾਨਾਂ ਨੇ। ਬਈ ਜਿਹੜਾ ਇੱਥੇ ਪਤਾ ਨਹੀਂ ਵਰ ਦਿੱਤਾ ਨਾ ਦਿੱਤਾ ਅੱਲਾ ਜਾਣੇ, ਪਰ ਉਹਨਾਂ ਜੋੜ ਲਿਆ ਬਈ ਬਾਬਾ ਗੁਰਦਿੱਤਾ ਨੇ ਕਿਹਾ ਸੀ ਪੀਰ ਜੀ ਜਿਹੜਾ ਸਾਡੇ ਥਾਂ 'ਤੇ ਆਵੇਗਾ ਤੁਹਾਡੇ ਥਾਂ 'ਤੇ ਵੀ ਜ਼ਰੂਰ ਆਵੇਗਾ। ਇਸ ਲਈ ਭਾਈ ਤੁਹਾਡੀ ਯਾਤਰਾ ਤਾਂ ਸਫਲ ਹੋਣੀ ਜੇ ਤੁਸੀਂ ਇੱਥੇ ਆਓ। ਜਿਵੇਂ 1974 'ਚ ਮੈਂ ਪਹਿਲੀ ਵਾਰੀ ਧਮਧਾਨ ਸਾਹਿਬ ਦੇਖਿਆ, ਉਦੋਂ ਕੋਈ ਬੋਰਡ ਨਹੀਂ ਸੀ ਲੱਗਾ ਵੀ ਜਿੰਨਾ ਹਜ਼ੂਰ ਸਾਹਿਬ ਦੀ ਯਾਤਰਾ ਤਾਂ ਸਫਲ ਹੋਏਗੀ ਜਿਹੜਾ ਪਹਿਲਾਂ ਇੱਥੇ ਆਵੇਗਾ। ਉਹਨਾਂ ਸੋਚਿਆ ਵੀ ਇੱਥੇ ਰੌਣਕ ਨਹੀਂ ਹੁੰਦੀ, ਉਹਨਾਂ ਕੁਝ ਸਾਲਾਂ 'ਤੇ ਬੋਰਡ ਲਾਤਾ ਧਮਧਾਨ ਸਾਹਿਬ ਬਈ ਤੁਹਾਡੀ ਹਜ਼ੂਰ ਸਾਹਿਬ, ਜੇ ਤੁਸੀਂ ਹਜ਼ੂਰ ਸਾਹਿਬ ਜਾਣਾ ਤੁਹਾਡੀ ਯਾਤਰਾ ਤਾਂ ਸਫਲ ਹੋਏਗੀ ਪਹਿਲਾਂ ਇੱਥੇ ਆਓ। ਉਹਨਾਂ ਨੇ ਪੁੱਛਿਆ ਅੰਮ੍ਰਿਤਸਰ ਵਾਲਾ ਪਹਿਲਾਂ ਉੱਥੇ ਜਾਊਗਾ ਫਿਰ ਜਾਏਗਾ, ਤਾਂ ਜੋ ਹੌਲੀ ਹੌਲੀ ਰੌਣਕ ਹੋ ਗਈ। ਬਈ ਦੇਖੋ ਜੀ ਗੁਰੂ ਮਹਾਰਾਜ ਕਹਿ ਗਏ ਸਨ, ਜਦੋਂ 9ਵੇਂ ਪਾਤਸ਼ਾਹ ਧਮਧਾਨ ਸਾਹਿਬ ਆਏ ਸਨ ਉਹਦੇ 'ਤੇ
10ਵੇਂ ਪਾਤਸ਼ਾਹ ਹੈ ਹੀ ਨਹੀਂ ਸਨ ਉੱਥੇ। ਉਹ ਤਾਂ ਬਾਅਦ 'ਚ ਪੈਦਾ ਹੋਇਆ, ਅਤੇ ਜਿਹੜਾ ਹੈ ਉਹ ਤਾਂ ਬਾਅਦ 'ਚ ਹਜ਼ੂਰ ਸਾਹਿਬ ਉੱਥੇ ਕਿਤੇ ਗਏ ਨੇ। ਪਰ ਜੋੜਤਾ ਵੀ ਉਦੋਂ ਹਜ਼ੂਰ ਸਾਹਿਬ 10ਵੇਂ ਪਾਤਸ਼ਾਹ ਹੁੰਦੇ ਹੀ ਨਹੀਂ ਸੀ, ਅਤੇ ਕਹਿ ਕਿਵੇਂ ਦਿੱਤਾ ਵੀ ਹਾਂਜੀ। ਸੋ ਇਸ ਤਰ੍ਹਾਂ ਮਗਰੋਂ ਜੋੜ ਦਿੰਦੇ ਆਪਣੀ ਐਡਵਰਟਾਈਜ਼ਮੈਂਟ ਕਰ ਲਓ। ਸੋ ਤਾਂ ਮੈਂ ਕਹਿਣਾ ਹੁੰਦਾ ਸੰਗਤ ਨੂੰ ਕਿ ਜੇ ਆਪ ਜੀ ਕੀਰਤਪੁਰ ਸਾਹਿਬ ਜਾਓ ਤਾਂ ਨਿਰਾ ਤੁਸੀਂ ਬਾਬਾ ਗੁਰਦਿੱਤਾ ਜੀ ਦੇ ਅਤੇ ਬੁੱਢੜ ਸ਼ਾਹ ਦੇ ਨਿਰਾ ਨਾ ਜਾਓ, ਜਿਹੜਾ ਸਾਡਾ ਅਸਲੀ ਸਥਾਨ ਹੈ, ਜਿੱਥੇ ਗੁਰੂ ਮਹਾਰਾਜ ਇੱਕ ਨਹੀਂ, ਦੋ ਨਹੀਂ, ਤਿੰਨ, ਚਾਰ ਗੁਰੂ ਮਹਾਰਾਜ ਰਹੇ, ਫਿਰ 8ਵੇਂ ਪਾਤਸ਼ਾਹ ਪੈਦਾ ਵੀ ਉੱਥੇ ਹੀ ਹੋਏ। ਉਹ ਥਾਂ ਜਿਹੜਾ ਹੈ ਜ਼ਰੂਰ ਸ਼ਹਿਰ ਦੇ ਵਿੱਚ ਹੈ, ਉਹ ਜ਼ਰੂਰ ਦੇਖ ਕੇ ਆਉਣਾ ਚਾਹੀਦਾ ਹੈ। ਸੋ ਇਸ ਲਈ 1656 ਈਸਵੀ ਨੂੰ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਦੇ ਘਰ 8ਵੇਂ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਦਾ ਕੀਰਤਪੁਰ ਸਾਹਿਬ ਵਿਖੇ ਪ੍ਰਕਾਸ਼ ਹੋਇਆ। ਅਜੇ ਆਪ ਜੀ ਛੋਟੇ ਹੀ ਸਨ। ਇੱਕ ਦਿਨ ਆਪਣੇ ਪਿਤਾ ਜੀ ਨਾਲ ਸੈਰ ਕਰ ਰਹੇ ਸਨ 8ਵੇਂ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ। ਰਾਜ ਕੀ ਦੇਖਦੇ ਨੇ, ਇੱਕ ਸੱਪ ਹੈ, ਉਹ ਜ਼ਖਮੀ ਹੈ, ਉਹਨੂੰ ਕੀੜੀਆਂ ਖਾ ਰਹੀਆਂ ਨੇ। ਬੱਚਾ ਦਿਆਲੂ ਹੁੰਦਾ। ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਉਹ ਠਹਿਰ ਗਏ ਉੱਥੇ ਸਭ ਵੇਖਦੇ ਨੇ ਵੀ ਇੱਕ ਤਾਂ ਵਿਚਾਰਾ ਸੱਪ ਜ਼ਖਮੀ ਹੈ, ਦੂਸਰੇ ਨੂੰ ਕੀੜੀਆਂ ਖਾ ਰਹੇ, ਕਿੰਨੀ ਤਕਲੀਫ ਹੋ ਰਹੀ ਹੋਣੀ ਹੈ। ਠੀਕ ਹੈ ਨਾ। ਇੱਕ ਆਪਾਂ ਜ਼ਖਮੀ ਹੋਈਏ ਅਤੇ ਫਿਰ ਕੀੜੇ ਪੈ ਜਾਣ, ਦੇਖੋ ਫਿਰ ਕਿੰਨਾ ਔਖਾ ਹੈ। ਉਹ ਖਲੋਤੇ ਇਹ ਸੋਚ ਰਹੇ ਨੇ। 7ਵੇਂ ਪਾਤਸ਼ਾਹ ਨੇ ਮੁੜ ਕੇ ਦੇਖਿਆ ਵੀ ਬੱਚਾ ਉੱਥੇ ਖੜਾ, ਕੋਲ ਆ ਗਏ। ਹਾਂ ਵੀ ਕਾਕਾ ਕੀ ਦੇਖਦੇ? ਕਹਿੰਦੇ ਮੈਂ ਆ ਵੇਖ ਰਿਹਾ ਵੀ ਆ ਇੱਕ ਤਾਂ ਸਾਪੇ ਜ਼ਖਮੀ ਹੈ, ਦੂਜਾ ਨੂੰ ਕੀੜੀਆਂ ਖਾ ਰਹੀਆਂ, ਵੀ ਕਿੰਨੀ ਤਕਲੀਫ ਹੋ ਰਹੀ ਹੋਣੀ ਹੈ। ਕਹਿੰਦੇ ਆਪਣੇ ਹੀ ਕਰਮ ਭੋਗ ਰਿਹਾ ਹੈ। ਉਹ ਕਹਿੰਦੇ ਵੀ ਕੀ ਇਹਨੇ ਕਰਮ ਕੀਤੇ? ਕਹਿੰਦੇ ਇਹ ਨਾ ਪਖੰਡੀ ਸਾਧ ਸੀ, ਜਿਹੜਾ ਸੱਪ ਹੈ ਨਾ ਪਿਛਲੇ ਜਨਮ 'ਚ ਪਖੰਡੀ ਸਾਧ ਸੀ। ਭਾਵ ਸਾਧੂ ਨਹੀਂ ਸੀ ਅਸਲ 'ਚ, ਸਾਧੂ ਹੋਣ ਦਾ ਢੋਂਗ ਰਚਿਆ ਸੀ, ਵਿਖਾਵਾ ਕਰਦਾ ਸੀ। ਸਾਧੂ ਵਾਲੇ ਕੱਪੜੇ ਪਾਰਖ ਸਨ ਅਤੇ ਸ਼ੋਅ ਕਰਦਾ ਸੀ ਲੋਕਾਂ ਨੂੰ ਮੈਂ ਸਾਧੂ ਹਾਂ। ਇਸ ਲਈ ਹੌਲੀ ਹੌਲੀ ਚੇਲੇ ਬਲ ਕੇ ਬਣ ਗਏ। ਉਹਨਾਂ ਦੇ ਸਿਰ ਤੋਂ ਆਪਣਾ ਖਾਣਾ ਪੀਣਾ ਮੌਜ ਕਰਨੀ। ਹੁਣ ਉਹ ਗਿਆ ਮਰ, ਪਖੰਡੀ ਸਾਧ, ਉਹ ਬਣ ਗਿਆ ਸੱਪ। ਅਤੇ ਉਹ ਜਿਹੜੇ ਉਹਦੇ ਚੇਲੇ ਸਨ, ਜਿਨ੍ਹਾਂ ਤੋਂ ਖਾਂਦਾ ਪੀਂਦਾ ਸੀ, ਉਹ ਕੀੜੀਆਂ ਬਣ ਕੇ ਹੁਣ ਇਹਨੂੰ ਖਾ ਰਹੀਆਂ ਨੇ। ਕਾਕਾ ਹਿਸਾਬ ਹੋ ਰਿਹਾ, ਕਹਿੰਦੇ ਹਿਸਾਬ ਹੋ ਰਿਹਾ। ਇਹ ਤਾਂ ਇਹਨੂੰ ਕੀੜੀਆਂ ਖਾ ਰਹੀਆਂ ਨੇ। ਹਾਂ, ਇਸ ਲਈ ਫਿਰ ਗੁਰੂ ਮਹਾਰਾਜ ਸਮਝਾਇਆ ਕਿ ਭਾਈ ਇਹ ਜਿਹੜੇ ਕਰਮ ਨੇ ਨਾ, ਇਹ ਭੋਗਣੇ ਪੈਂਦੇ ਨੇ। ਜੋ ਵੀ ਅਸੀਂ ਅੱਜ ਕਰਮ ਕਰ ਰਹੇ ਹਾਂ, ਇਹ ਇਸੇ ਜਨਮ 'ਚ, ਅਗਲੇ 'ਚ, ਉਦੋਂ ਅਗਲੇ 'ਚ, ਕਿਸੇ ਵੀ ਜਨਮ 'ਚ ਉਹ ਕਰਮ ਭੋਗਣਾ ਪੈਂਦਾ। ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਇਹ ਤਾਂ ਜਾਂ ਬਹੁਤ ਭਜਨ ਬੰਦਗੀ ਕੀਤੀ ਹੋਵੇ ਤਾਂ ਕਿਤੇ ਉਹ ਜਾ ਕੇ ਕਰਮ ਕੱਢਦਾ, ਨਹੀਂ ਤੇ ਕਰਮ ਭੋਗਣੇ ਪੈਂਦੇ ਨੇ। ਇਸ ਲਈ ਸਾਨੂੰ ਕਰਮ ਹੀ ਬੜੇ ਧਿਆਨ ਨਾਲ ਕਰਨੇ ਚਾਹੀਦੇ ਨੇ। 100 ਵੇ ਜੀਆ ਆਪਣਾ ਕੀ ਹੈ। ਇਸ ਲਈ ਕਹਿੰਦੇ ਐ ਯੂ ਸੋ ਸ਼ੈਲ ਯੂ ਰੀਪ। ਬਾਈਬਲ ਕਹਿੰਦੀ ਹੈ ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ। ਹੈ ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ। ਬਬੂਲ ਦੇ ਕਿੱਕਰ ਦੇ ਬੀਜ ਕੇ ਤੁਸੀਂ ਅੰਬ ਨਹੀਂ ਖਾ ਸਕਦੇ, ਨਹੀਂ ਖਾ ਸਕਦੇ। ਕਿੱਕਰ ਬੀਜੋਗੇ ਤਾਂ ਫਿਰ ਉਹ ਤੁੱਕੇ ਜਾਂ ਕੰਡੇ ਮਿਲਣਗੇ। ਇਸੇ ਬਾਣੀ ਵੀ ਕਹਿੰਦੀ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ। ਜੱਟ ਖਾਣਾ ਤੇ ਦਾਖਾਂ ਚਾਹੁੰਦੇ, ਉਹ ਵੀ ਬਜਨੌਰ ਦੀਆਂ, ਜਿੱਥੇ ਬੜੀਆਂ ਪ੍ਰਸਿੱਧ ਡਰਾਈ ਫਰੂਟ ਹੈ, ਜਿੱਥੋਂ ਦਾ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਹੱਦ ਹੈ ਜੀ ਨਾ, ਅਫਗਾਨਿਸਤਾਨ ਦੀ ਦਾਖ ਉੱਥੋਂ ਦੀ ਖਾਣਾ ਚਾਹੁੰਦਾ। ਬੀਜਦਾ ਬੀਜੈ, ਹਾਂ ਬੀਜਦਾ ਕਿੱਕਰ ਹੈ, ਖਾਣਾ ਦਾਖਾਂ ਚਾਹੁੰਦਾ। ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਜੋ ਤੁਸੀਂ ਬੀਜੋਗੇ ਉਹੀ ਤੁਹਾਨੂੰ ਖਾਣਾ ਪੈਣਾ। ਜੋ ਕਿਸੇ ਨੂੰ ਦਿਓਗੇ ਉਹੀ ਤੁਹਾਨੂੰ ਮਿਲੇਗਾ। ਇਸ ਜਨਮ ਵਿੱਚ ਕਿਸੇ ਨੂੰ ਸੁੱਖ ਦੇ ਰਹੇ ਹੋ, ਅਗਲੇ 'ਚ ਤੁਹਾਨੂੰ ਸੁੱਖ ਮਿਲੇਗਾ। ਇੱਥੇ ਦੁੱਖ ਦੇ ਰਹੇ ਹੋ, ਅਗਲੇ ਜਨਮ ਤੁਹਾਨੂੰ ਦੁੱਖ ਮਿਲੇਗਾ। ਇੱਥੇ ਪੁੰਨਦਾਨ ਕਰਦੇ ਹੋ, ਅਗਲੇ ਜਨਮ 'ਚ ਅਮੀਰੀ ਮਿਲੇਗੀ। ਇੱਥੇ ਲੁੱਟਾ ਖੋਹਾਂ ਕਰਦੇ ਹੋ, ਚੋਰੀਆਂ ਡਾਕੇ ਮਾਰਦੇ ਹੋ, ਗਰੀਬੀ ਮਿਲੇਗੀ। ਫਿਰੀ ਜਾਵੇ ਧੱਕੇ ਖਾਂਦੇ ਹੋਏ।
ਫਿਰ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਗਰੀਬੀ ਕਿਉਂ ਨਹੀਂ ਦੂਰ ਰਹੀ, ਮੈਂ ਗਰੀਬ ਕਿਉਂ ਹਾਂ, ਇਹ ਮੇਰਾ ਭਰਾ ਅਮੀਰ ਕਿਉਂ ਹੈ, ਮੈਂ ਕਿਉਂ ਗਰੀਬ ਹਾਂ। ਕਿ ਵੀ ਨਹੀਂ ਪਤਾ ਉਹਨੇ ਹੋਰ ਕਰਮ ਕੀਤੇ, ਪਿਛਲੇ ਜਨਮ ਤੂੰ ਹੋਰ ਕੀਤੇ ਹੋਏ ਨੇ। ਇਸ ਲਈ ਗੁਰੂ ਮਹਾਰਾਜ ਨੇ ਸਮਝਾਇਆ ਕਿ ਇਹ ਪਖੰਡੀ ਸਾਧ ਸੀ, ਪਖੰਡ ਕਰ ਕਰਕੇ ਆਪ ਚੇਲੇ ਬਲ ਕੇ ਬਣਾ ਲਏ, ਉਹਨਾਂ ਤੋਂ ਖਾਂਦਾ ਪੀਂਦਾ ਸੀ। ਹੁਣ ਇਸ ਕਰਕੇ ਸੱਪ ਬਣ ਗਿਆ, ਅਤੇ ਜਿਹੜੇ ਚੇਲੇ ਬਲ ਕੇ ਸਨ ਉਹ ਕੀੜੀਆਂ ਬਣ ਗਈਆਂ ਨੇ। ਅਤੇ ਪਹਿਲਾਂ ਇਹ ਉਹਨਾਂ ਤੋਂ ਖਾਂਦਾ ਸੀ, ਹੁਣ ਉਹ ਇਹਨੂੰ ਖਾ ਰਹੀਆਂ ਹਨ। ਐਂ ਇੱਕ ਵਾਰੀ ਨਾ ਰਾਮ ਰਾਏ ਜੀ, ਸ਼੍ਰੀ ਹਰਿਕ੍ਰਿਸ਼ਨ ਦੇ ਵੱਡੇ ਭਰਾ, ਕਿਉਂਕਿ ਸੱਤਵੇਂ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਸਨ, ਰਾਮ ਰਾਏ ਅਤੇ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ। ਇੱਕ ਵਾਰੀ ਰਾਮ ਰਾਏ ਜੀ ਅਤੇ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਨਾਲ ਅੱਖਾਂ ਬੰਦ ਕਰਕੇ ਆਪਣੇ ਆਪਣੇ ਮੰਜੇ 'ਤੇ ਬੈਠੇ ਨੇ। ਇੰਨੇ 'ਚ ਇਹਨੂੰ ਸੰਗਤ ਆ ਗਈ। ਇੱਕ ਪੁੱਛਦਾ ਵੀ ਮਹਾਰਾਜ ਜੀ, ਇਹਨਾਂ ਤੁਹਾਡੇ ਦੋਨਾਂ ਪੁੱਤਰਾਂ ਦੇ ਵਿੱਚ ਆਤਮਿਕ ਅਵਸਥਾ ਉੱਚੀ ਕਿਸ ਦੀ ਹੈ? ਗੁਰੂ ਮਹਾਰਾਜ ਨੂੰ ਸੂਈ ਦਿੱਤੀ ਸਤਿ ਪਾਤਸ਼ਾਹ ਨੇ, ਆਹ ਲੈ ਸੂਈ। ਦੋਨਾਂ ਦੀ ਪਿੱਠ 'ਚ ਨਾ ਵਾਰੀ ਵਾਰੀ ਚੋਭ। ਜਿਹੜਾ ਸੀ ਕਰੇਗਾ ਉਹਦੀ ਅਵਸਥਾ ਨੀਵੀਂ ਹੈ, ਜਿਹੜਾ ਸੀ ਨਾ ਕਰੇ ਉਹਦੀ ਅਵਸਥਾ ਉੱਚੀ ਹੈ। ਉਹਨੇ ਪਹਿਲਾਂ ਰਾਮ ਰਾਏ ਦੀ ਪਿੱਠ 'ਚ ਸੂਈ ਖੋਭੀ, ਉਹਨੇ ਸੀ ਕੀਤੀ। ਫਿਰ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਪਿੱਠ 'ਚ ਸੂਈ ਖੋਭੀ, ਉਹਨੇ ਕੋਈ ਸੀ ਨਹੀਂ ਕੀਤੀ। ਉਹ ਆ ਕੇ ਕਹਿੰਦਾ ਜੀ ਵੀ ਜਿਹੜੇ ਤੁਹਾਡੇ ਛੋਟੇ ਸਾਹਿਬਜ਼ਾਦੇ ਨੇ, ਇਹਨਾਂ ਸੀ ਕਿਉਂ ਨਹੀਂ ਕੀਤੀ? ਕਹਿੰਦੇ ਵੱਡਾ ਭਜਨ ਬੰਦਗੀ ਤੇ ਕਰ ਰਿਹਾ, ਪਰ ਉਸਦੀ ਇਸ ਵੇਲੇ ਸਮਾਧੀ ਨਹੀਂ ਲੱਗੀ। ਛੋਟੇ ਦੀ ਸਮਾਧੀ ਲੱਗੀ ਹੋਈ ਹੈ। ਜਦੋਂ ਬੰਦੇ ਦੀ ਸਮਾਧੀ ਲੱਗੀ ਹੋਵੇ, ਉਹਨੂੰ ਕੋਈ ਦੁੱਖ ਸੁੱਖ ਭੁੱਖ ਪਿਆਸ ਗਰਮੀ ਸਰਦੀ ਕੁਝ ਵੀ ਮਹਿਸੂਸ ਨਹੀਂ ਹੁੰਦਾ। ਜਿੰਨਾ ਚਿਰ ਕਿਸੇ ਬੰਦੇ ਦੀ ਸਮਾਧੀ ਲੱਗੀ ਹੋਈ ਹੈ, ਉਹਨੂੰ ਕੁਛ ਨਹੀਂ ਹੁੰਦਾ, ਚਾਹੇ ਇੱਕ ਯੁੱਗ ਬੈਠਾ ਰਹੇ। ਜਿਸ ਉਮਰ ਦਾ ਮੰਨ ਲਓ 20 ਸਾਲ ਦਾ ਬੈਠਾ ਸੀ, 5000 ਸਾਲ ਤੱਕ ਸਮਾਧੀ 'ਚ ਬੈਠਾ ਰਹੇ, ਜਦੋਂ ਉੱਠੇਗਾ 20 ਸਾਲ ਦੇ ਹੋਏਗਾ। ਇਹ ਨਹੀਂ ਉਹਦੀ ਉਮਰ ਵੱਧ ਗਈ ਨਾ, ਕਿਉਂਕਿ ਪਰਮਾਤਮਾ ਦੇ ਦਰ 'ਤੇ ਸਮਾਂ ਹੈ ਹੀ ਨਹੀਂ। ਸਮਾਂ ਤਾਂ ਸੰਸਾਰ 'ਚ ਹੈ, ਸਵੇਰ ਸ਼ਾਮ ਦੁਪਹਿਰ ਇੰਨੇ ਵੱਜ ਗਿਆ, ਸਮਾਂ ਸਾਰ ਘੜੀਆਂ ਸਭ। ਸੱਚਖੰਡ 'ਚ ਕੋਈ ਸਮਾਂ ਨਹੀਂ ਹੈ। ਜਦੋਂ ਸਮਾਧੀ ਲੱਗਦੀ ਹੈ, ਸਾਡੀ ਸੁਰਤ ਸੱਚਖੰਡ ਚਲੀ ਜਾਂਦੀ ਹੈ। ਇਸ ਲਈ ਜਿੰਨਾ 'ਚ ਸੁਰਤ ਸੱਚਖੰਡ 'ਚ ਰਹਿੰਦੀ ਹੈ, ਉੱਥੇ ਕੋਈ ਸਮਾਂ ਨਹੀਂ ਹੈਗਾ, ਉੱਥੇ ਕੋਈ ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ। ਜਿਸ ਉਮਰ ਦੇ ਵਿੱਚ ਸਾਡੀ ਸੁਰਤ ਉੱਥੇ ਗਈ, ਜਦੋਂ ਵਾਪਸ ਆਉਂਦੀ ਹੈ, ਸਾਡਾ ਸਰੀਰ ਉੱਡਾ ਹੀ ਰਹੇਗਾ ਜਿੱਡਾ ਵਿੱਚੋਂ ਸੁਰਤ ਨਿਕਲ ਕੇ ਗਈ ਸੀ। ਭਾਵ ਜਦੋਂ ਕਿਸੇ ਬੰਦੇ ਦੀ ਸਮਾਧੀ ਲੱਗੀ ਹੋਵੇ ਨਾ, ਉਸ 'ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਕਹਿੰਦੇ ਇਸ ਲਈ ਸਾਡੇ ਪੁੱਤਰ ਛੋਟੇ ਦੀ ਆਤਮਿਕ ਅਵਸਥਾ ਉੱਚੀ ਹੈ ਵੱਡੇ ਨਾਲ। ਭਗਤੀ ਦੋਨੋਂ ਹੀ ਕਰ ਰਹੇ ਨੇ, ਅੱਖਾਂ ਦੋਨਾਂ ਦੀਆਂ ਬੰਦ ਨੇ, ਪਰ ਵੱਡੇ ਦੀ ਸਮਾਧੀ ਨਹੀਂ ਲੱਗੀ, ਇਸ ਲਈ ਹੁਣ ਦਰਦ ਹੋਈ। ਛੋਟੇ ਦੀ ਸਮਾਧੀ ਲੱਗੀ, ਇਸ ਨੂੰ ਹੁਣ ਪਤਾ ਹੀ ਨਹੀਂ ਲੱਗਿਆ ਵੀ ਤੂੰ ਸੂਈ ਖੋਭੀ ਹੈ। ਸਮਾਂ ਬੀਤਿਆ। ਇੱਕ ਦਿਨ ਫੇਰੇ ਦੋਨੋਂ ਭਰਾ ਆਪਣੇ ਮੰਜੀਆਂ 'ਤੇ ਬੈਠੇ ਭਜਨ ਬੰਦਗੀ ਕਰ ਰਹੇ ਨੇ। ਸੰਗਤ ਆ ਗਈ। ਇੱਕ ਨੇ ਪੁੱਛਿਆ, ਮਹਾਰਾਜ ਜੀ ਤੁਹਾਨੂੰ ਦੋਨਾਂ 'ਚ ਨਾ ਪਿਆਰਾ ਕਿਹੜਾ ਲੱਗਦਾ? ਇਹਨਾਂ 'ਚ ਪਿਆਰਾ ਕਿਹੜਾ ਲੱਗਦਾ? ਕਹਿੰਦੇ ਐਂ ਕਰ, ਆਹ ਲੈ ਸੂਈ। ਇਹ ਦੋਨਾਂ ਦੇ ਮੰਜਿਆਂ ਦੇ ਇੱਕ ਇੱਕ ਪਾਵੇ 'ਚ ਖੂਬ, ਜਿਸ ਪਾਵੇ 'ਚ ਸੂਈ ਖੁੱਭ ਗਈ ਨਾ, ਸਾਨੂੰ ਉਹ ਪਿਆਰਾ ਲੱਗਦਾ। ਉਹ ਪਹਿਲਾਂ ਰਾਮ ਰਾਏ ਦੇ ਮੰਜੇ ਦੇ ਪਾਵੇ ਸੂਈ ਖੁੱਭੀ ਨਹੀਂ, ਕੋਈ ਲੱਕੜ ਦਾ ਪਾਵਾ ਸੀ। ਜਦੋਂ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਮੰਜੇ ਦੇ ਪਾਵੇ ਸੂਈ ਵਿੱਚ ਖੁੱਭ ਗਈ, ਉਹ ਬੜਾ ਹੈਰਾਨ ਹੋਇਆ ਵੀ ਦੋਨੋਂ ਲੱਕੜੀ ਦੇ ਮੰਜੇ ਨੇ। ਆ ਗਿਆ ਜੀ, ਹਾਂ ਬਈ। ਕਹਿੰਦੇ ਜਿਹੜਾ ਤੁਹਾਡਾ ਛੋਟਾ ਸਾਹਿਬਜ਼ਾਦਾ ਹੈ, ਇਹਦੇ ਪਾਵੇ ਦੇ ਵਿੱਚ ਜਿਹੜੀ ਹੈ ਇਹ ਸੂਈ ਖੁੱਭ ਗਈ, ਉਹ ਦੂਜੇ ਦੇ ਨਹੀਂ ਖੁੱਭੀ। ਵੀ ਇਹ ਕੀ ਕਾਰਨ ਹੈ? ਵੀ ਕਾਰਨ ਹੈਰਾਨੀ ਤਾਂ ਬੰਦੇ ਨੂੰ ਹੁੰਦੀ ਹੈ ਨਾ, ਕੀ ਕਾਰਨ? ਕਹਿੰਦੇ ਦੇਖੋ, ਕੁਦਰਤ ਦਾ ਅਸੂਲ ਹੈ ਕਿ ਬ੍ਰਹਮ ਗਿਆਨੀ ਲਈ ਆਪਣਾ ਸੁਭਾਅ ਬਦਲ ਲੈਂਦੀ ਹੈ। ਆਪਣੇ ਬ੍ਰਹਮ ਗਿਆਨੀ ਲਈ ਆਪਣਾ ਸੁਭਾਅ ਬਦਲ ਲੈਂਦੀ। ਜਿਵੇਂ ਗੁਰੂ ਨਾਨਕ ਦੇ ਛੋਟੀ ਉਮਰ ਦੇ ਸਨ, ਦਰਖਤ ਹੇਠਾਂ ਲੇਟੇ ਹੋਏ ਨੇ, ਸਮਾਂ ਪਾ ਕੇ ਸੂਰਜ ਢਲ ਗਿਆ ਹੈ, ਸਾਰੇ ਦਰਖਤਾਂ ਦੀ ਛਾਂ ਬਦਲ ਗਈ, ਦੂਜੇ ਪਾਸੇ ਨੂੰ ਚਲੀ ਗਈ।
ਪਰ ਜਿਸ ਦਰਖਤ ਦੇ ਹੇਠਾਂ ਗੁਰੂ ਨਾਨਕ ਦੇਵ ਜੀ ਲੇਟੇ ਹੋਏ ਸਨ, ਉਹ ਦਰਖਤ ਦੀ ਛਾਂ ਉਸੇ ਤਰ੍ਹਾਂ ਰਹੀ। ਰਾਏ ਬੁਲਾਰ ਜੀ ਕੋਲੋਂ ਲੰਘੇ, ਬੜੇ ਹੈਰਾਨ ਹੋਏ ਹੈ ਵੀ ਕਮਾਲ ਹੈ, ਸੂਰਜ ਢਲ ਗਿਆ ਹੈ, ਬਾਕੀ ਸਾਰੇ ਦਰਖਤਾਂ ਦੀ ਛਾਂ ਦੂਜੇ ਪਾਸੇ ਨੂੰ ਹੋ ਗਈ ਹੈ, ਇਹ ਨਾਨਕ ਦੇ ਸਿਰ 'ਤੇ ਉਸੇ ਤਰ੍ਹਾਂ ਦਰਖਤ ਦੀ ਛਾਂ ਹੈ। ਫਿਰ ਉਹ ਸੋਚਿਆ ਵੀ ਇਹ ਨਾਨਕ ਪੀਰ ਹੈ। ਸੋ ਰਾਏ ਬੁਲਾਰ ਫਿਰ ਬਹੁਤ ਸਤਿਕਾਰ ਕਰਨ ਲੱਗੇ। ਕੁਦਰਤ ਜਿਹੜੀ ਹੈ, ਹਾਲਾਂਕਿ ਦਰਖਤ ਨੇ ਤਾਂ ਛਾਂ ਬਦਲੀ, ਕਿ ਸੂਰਜ ਢਲ ਗਿਆ, ਦਰਖਤ ਨੇ ਛਾਂ ਬਦਲਣੀ ਸੀ, ਪਰ ਬ੍ਰਹਮ ਗਿਆਨੀ ਲਈ ਕੁਦਰਤ ਆਪਣੇ ਅਸੂਲ ਬਦਲ ਲੈਂਦੀ ਹੈ। ਦਰਖਤ ਨੇ ਛਾਂ ਨਹੀਂ ਛੱਡੀ, ਉਹ ਨਹੀਂ ਛਾਂ ਬਦਲਦੀ। ਇਸੇ ਤਰ੍ਹਾਂ ਬਈ ਜਿਹੜਾ ਹੈ, ਕਿਉਂਕਿ ਬ੍ਰਹਮ ਗਿਆਨੀ ਨੇ ਇਸ ਲਈ ਲੱਕੜੀ ਨੇ ਆਪਣਾ ਸੁਭਾਅ ਨਰਮ ਕਰ ਲਿਆ ਹੈ, ਸਖਤ ਨਹੀਂ ਰਹੀ, ਨਰਮ ਕਰ ਲਿਆ ਹੈ। ਬ੍ਰਹਮ ਗਿਆਨੀ ਜਿਸ ਚੀਜ਼ ਨੂੰ ਹੱਥ ਲਾ ਦੇ, ਜਿਵੇਂ ਪਹਾੜ ਰੁੜਿਆ ਰਿਹਾ ਹੈ, ਮਰਦਾਨਾ ਜੀ ਕਹਿੰਦੇ ਬਾਬਾ ਜੀ ਪਹਾੜ ਰੁੜਿਆ ਰਿਹਾ, ਬਲੀ ਕੰਧਾਰ ਨੇ ਮਾਰਿਆ ਨਾ, ਲੱਤ ਮਾਰੀ ਪਹਾੜ ਨੂੰ, ਉਹ ਵੇਗੋ ਬਲੀ ਸੀ, ਪੀਰ ਸੀ, ਆ ਰਿਹਾ ਹੇਠਾਂ। ਗੁਰੂ ਮਹਾਰਾਜ ਕਹਿੰਦੇ ਜਦੋਂ ਪਹਾੜੀ ਨੇੜੇ ਆਈ ਨਾ, ਹੱਥ ਅੱਗੇ ਕੀਤੇ, ਕਹਿੰਦੇ ਧੰਨ ਕਰਤਾਰ, ਉਹ ਪੱਥਰ ਉੱਥੇ ਹੀ ਰੁਕ ਗਿਆ ਔਰ ਪੱਥਰ ਨਰਮ ਹੋ ਗਿਆ। ਗੁਰੂ ਮਹਾਰਾਜ ਦੇ ਹੱਥ ਦਾ ਨਿਸ਼ਾਨ ਪੱਥਰ 'ਤੇ ਲੱਗ ਗਿਆ, ਨਹੀਂ ਤਾਂ ਪੱਥਰ 'ਤੇ ਸਖਤ ਹੁੰਦਾ, ਪਰ ਨਹੀਂ। ਬ੍ਰਹਮ ਗਿਆਨੀ ਲਈ ਪੱਥਰ ਵੀ ਆਪਣੇ ਸੁਭਾਅ ਬਦਲ ਦਿੰਦੇ ਹਨ, ਪੱਥਰ ਵੀ ਆਪਣੇ ਸੁਭਾਅ ਬਦਲ ਦਿੰਦੇ। ਬ੍ਰਹਮ ਗਿਆਨੀ ਜੋ ਕਹਦੇ ਕੁਦਰਤ ਨੂੰ ਮੰਨਣਾ ਪੈਂਦਾ, ਬ੍ਰਹਮ ਗਿਆਨੀ ਜੋ ਕਹਦੇ ਨਾ ਕੁਦਰਤ ਮੰਨਣਾ ਪੈਂਦਾ ਹੈ। ਉਹਨਾਂ ਸਤ ਕਰਤਾਰ ਕਿਹਾ, ਪੱਥਰ ਰੁਕ ਗਿਆ, ਪੱਥਰ ਦੀ ਕੀ ਤਾਕਤ ਸੀ, ਰੁੜਿਆ ਹੁੰਦਾ। ਸਵਾਮੀ ਰਾਮ ਜੀ ਹੋਏ ਨੇ, ਉਹ ਕਹਿੰਦੇ ਮੈਂ ਤੇ ਮੇਰੇ ਗੁਰੂ ਮਹਾਰਾਜ, ਉਹ ਸਵਾਮੀ ਕਹਿੰਦੇ ਆਪਣੇ ਗੁਰੂ ਨੂੰ, ਕਹਿੰਦੇ ਪਹਾੜਾਂ 'ਚ ਜਾ ਰਹੇ ਸੀ, ਕਸ਼ਮੀਰ 'ਚ ਬਰਸਾਤ ਦਾ ਮੌਸਮ ਹੋਣ ਕਾ, ਉੱਤੋਂ ਇੱਕ ਪਹਾੜ ਰੁੜਿਆ ਆ ਰਿਹਾ। ਮੈਂ ਕਿਹਾ ਸਵਾਮੀ ਜੀ ਪਹਾੜ ਰੁੜਿਆ ਆ ਰਿਹਾ। ਸਵਾਮੀ ਜੀ ਪਹਾੜ ਵੱਲ ਵੇਖ ਕੇ ਕਹਿੰਦੇ ਐ ਪਰਬਤ ਰੁਕ ਜਾਓ, ਕਹਿੰਦੇ ਪਹਾੜ ਉੱਥੇ ਰੁਕ ਗਿਆ। ਅਸੀਂ ਲੰਘ ਗਏ, ਜਦ ਅਸੀਂ ਲੰਘ ਗਏ ਫਿਰ ਸਵਾਮੀ ਜੀ ਰੁਕ ਗਏ, ਕਹਿੰਦੇ ਐ ਪਰਬਤ ਅਗਰ ਤੁਮਨੇ ਗਿਰਨਾ ਤਾਂ ਗਿਰ ਜਾਓ। ਅਤੇ ਕਹਿੰਦੇ ਪਹਾੜ ਧੜਮ ਕਰਕੇ ਡਿੱਗ ਪਿਆ। ਕਿੰਨੇ ਦਿਨ ਸਰਕਾਰ ਨੂੰ ਸੜਕ ਨੂੰ ਸਾਫ਼ ਕਰਦੀ ਰਹੀ। ਇਸ ਲਈ ਜਿਹੜਾ ਹੈ ਬ੍ਰਹਮ ਗਿਆਨੀ ਦੇ ਅਧੀਨ ਹੁੰਦੀ ਸਾਰੀ ਕੁਦਰਤ। ਵੀ ਇਹ ਬ੍ਰਹਮ ਗਿਆਨੀ ਸਾਡਾ ਛੋਟਾ ਬੱਚਾ ਹੈ, ਇਸ ਕਰਕੇ ਲੱਕੜੀ ਨੇ ਆਪਣਾ ਸੁਭਾਅ ਬਦਲ ਲਿਆ, ਤਾਂ ਇਹਦੇ ਪਾਵੇ ਮੰਜੇ ਦੇ ਪਾਵੇ ਸੂਈ ਖੁੱਭ ਗਈ। ਕਹਿੰਦੇ ਗੁਰੂ ਘਰ ਦੀਆਂ ਸ਼ਿਕਾਇਤਾਂ ਸ਼ੁਰੂ ਤੋਂ ਹੀ ਲਾਉਂਦੇ ਆਏ ਵਿਰੋਧੀ ਲੋਕ। ਕਿਸੇ ਨੇ ਗੁਰੂ ਘਰ ਦੀ ਸ਼ਿਕਾਇਤ ਲਾਤੀ ਔਰੰਗਜ਼ੇਬ ਕੋਲੇ। ਔਰੰਗਜ਼ੇਬ ਨੇ ਗੁਰੂ ਮਹਾਰਾਜ ਕਿਹਾ ਤੁਹਾਡੀ ਸ਼ਿਕਾਇਤ ਆਈ ਹੈ ਜੀ, ਤੁਸੀਂ ਇੱਥੇ ਦਿੱਲੀ ਆਓ। ਸਤਵੇਂ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਸਾਰੀਆਂ ਰਿਧੀਆਂ ਸਿੱਧੀਆਂ ਦੇ ਕੇ ਭੇਜਿਆ। ਕਹਿੰਦੇ ਸੁਣ ਔਰੰਗਜ਼ੇਬ ਜੋ ਪੁੱਛੋ ਸੱਚੋ ਸੱਚ ਦੱਸਣਾ, ਡਰਨਾ ਨਹੀਂ ਉਸ ਤੋਂ, ਅਸੀਂ ਤੇਰੇ ਨਾਲ ਹਾਂ, ਡਰਨਾ ਨਹੀਂ, ਸੱਚੋ ਸੱਚ ਦੱਸਣਾ। ਕਿ ਸਤ ਬਚਨ ਜੀ ਨਾਲ ਕੁਝ ਮੁਖੀ ਸਿੱਖ ਤੌਰ 'ਤੇ ਰਾਮ ਰਾਏ ਦੇ। ਰਾਮ ਰਾਏ ਦਿੱਲੀ ਚਲਿਆ ਗਿਆ। ਚਲੋ ਦਿੱਲੀ ਦਰਬਾਰ 'ਚ ਰਿਹਾ ਔਰੰਗਜ਼ੇਬ ਦੇ ਕੋਲ ਰਾਮ ਰਾਏ। ਉਸ ਨੇ ਔਰੰਗਜ਼ੇਬ ਦੇਖਿਆ ਵੀ ਇਹ ਤਾਂ ਜੇ ਰਿਧੀਆਂ ਸਿੱਧੀਆਂ ਮਾਲਕ ਹੈ। ਇੱਕ ਦਿਨ ਔਰੰਗਜ਼ੇਬ ਕਹਿੰਦਾ ਮੇਰਾ ਅੰਬ ਖਾਣ ਨੂੰ ਜੀ ਕਦੇ, ਜਿਵੇਂ ਮੌਸਮ ਨਾ ਹੋਵੇ, ਹੁਣ ਤਾਂ ਰੱਖ ਲੈਂਦੇ ਸਟੋਰ ਕਰ ਲੈਂਦੇ ਨੇ ਨਾ, ਮੌਸਮ ਹੈ ਨਹੀਂ, ਮੇਰਾ ਅੰਬ ਖਾਣ ਨੂੰ ਜੀ ਕਰਦਾ। ਰਾਮ ਰਾਏ ਨੇ ਹੱਥ ਐਂ ਕੀਤਾ, ਅੰਬ ਆ ਗਿਆ, ਕਦੇ ਲਓ ਜੀ ਖਾਓ। ਇਹ ਜਿਹੜੇ ਮੁਸਲਮਾਨ ਨੇ ਨਾ, ਇਹ ਜਿਹਦੇ ਕੋਲ ਕਰਾਮਾਤ ਸਿਰ ਉਸ ਤੋਂ ਡਰਦੇ, ਉਹਨੂੰ ਪੀਰ ਮੰਨਦੇ, ਵਕਤ ਪੀਰ ਹੀ ਨਹੀਂ ਮੰਨਦੇ ਇਹ। ਤਾਂ ਹੀ ਚਾਹੇ ਔਰੰਗਜ਼ੇਬ ਜੀ ਸੀ ਚਾਹੇ ਜਹਾਂਗੀਰ ਸੀ, ਉਹ ਗੁਰੂ ਨੇ ਕਿਹਾ ਜੀ ਕਰਾਮਾਤ ਵਿਖਾਓ। ਇਹ ਕਹਿੰਦੇ ਸੀ ਬਈ ਜੇ ਤਾਂ ਕਰਾਮਾਤ ਵਿਖਾਤੀ ਫਿਰ ਤਾਂ ਕੋਈ ਤਾਕਤ ਹੈ, ਜੇ ਕਰਾਮਾਤ ਨਾ ਵਿਖਾਈ ਫਿਰ ਐਵੇਂ ਹੀ ਹੈ। ਉਹ ਸਮਝੋ ਇਹ ਐਵੇਂ ਹੀ। ਔਰੰਗਜ਼ੇਬ ਬੜਾ ਪ੍ਰਭਾਵਿਤ ਹੋ ਗਿਆ। ਹੋਰ ਉਹਨੇ ਕਈ ਕੀਤਾ,
ਇੱਕ ਵਾਰੀ ਸਭਾ ਲੱਗੀ ਹੋਈ ਹੈ, ਬੈਠੇ ਆ, ਜਿੰਨਾ ਮੁੱਲਾ ਮਲਾਣੇ ਉਹ ਵੀ ਬੈਠੇ ਨੇ, ਜਿਹੜਾ ਸ਼ਿਕਾਇਤ ਕੀਤੀ ਸੀ ਵੀ ਅਸੀਂ ਤਾਂ ਸੋਚਿਆ ਸੀ ਵੀ ਔਰੰਗਜ਼ੇਬ ਕੋਈ ਸਜ਼ਾ ਦੇ ਕੁਛ, ਇਹ ਤਾਂ ਬੜਾ ਪਿਆਰ ਕਰਦਾ ਰਾਮ ਰਾਏ ਨੂੰ। ਇੱਕ ਦੇ ਕਹਿੰਦੇ ਔਰੰਗਜ਼ੇਬ ਨੂੰ, ਕਹਿੰਦੇ ਰਾਜਨ, ਇਹ ਜਿਹੜੇ ਹਿੰਦੂ ਨੇ ਨਾ, ਇਹਨਾਂ ਦੀ ਕਿਤਾਬਾਂ ਬੜੀਆਂ ਗੱਪਾਂ ਲਿਖੀਆਂ ਹੋਈਆਂ। ਰਾਮ ਰਾਏ ਜੀ ਕਹਿੰਦੇ ਵੀ ਕੀ ਗੱਪ ਲਿਖੀ ਹੈ? ਕਹਿੰਦੇ ਦੇਖੋ ਜੀ, ਲਿਖਿਆ ਵੀ ਕ੍ਰਿਸ਼ਨ ਮਹਾਰਾਜ ਨੇ ਨਾ ਆਪਣੀ ਉਂਗਲ ਚੀਚੀ, ਜਿਹਨੂੰ ਅਖੀਰਲੀ ਛੋਟੀ ਉਂਗਲ ਹੁੰਦੀ, ਚੀਚੀ ਨਾਲ ਗਵਰਧਨ ਪਹਾੜ ਚੱਕਤਾ। ਕਹਿੰਦੇ ਗੱਪ ਨਹੀਂ ਤਾਂ ਹੋਰ ਕੀ ਹੈ? ਰਾਮ ਰਾਏ ਕਹਿੰਦੇ ਗੱਪ ਨਹੀਂ ਹੈਗਾ। ਕਹਿੰਦੇ ਲੈ ਹੋਰ ਕੌਣ ਚੱਕ ਦੂਗਾ ਪਹਾੜ ਉਂਗਲੀ ਨਾਲ? ਕਹਿੰਦੇ ਦੇਖੋ, ਕ੍ਰਿਸ਼ਨ ਮਹਾਰਾਜ ਤੇ ਯੁੱਗ ਪੁਰਸ਼ ਸਨ, ਉਹ ਦੁਆਪਰ ਦੇ ਅਵਤਾਰ ਸਨ। ਮੈਂ ਕੋਈ ਗੁਰੂ ਨਹੀਂ, ਮੈਂ ਕੋਈ ਯੁੱਗ ਪੁਰਸ਼ ਨਹੀਂ, ਮੈਂ ਕੋਈ ਅਵਤਾਰ ਨਹੀਂ, ਮੈਂ ਤਾਂ ਸਿਰ ਗੁਰੂ ਮਹਾਰਾਜ ਦਾ ਲੜਕਾ। ਮੈਂ ਹੀ ਤੁਹਾਨੂੰ ਵਿਖਾ ਦਿੰਦਾ। ਕਹਿੰਦੇ ਦਿਖਾਓ, ਕੀ ਵਿਖਾਓਗੇ? ਕਹਿੰਦੇ ਉਹ ਸਾਹਮਣੇ ਵੇਖੋ, ਮਸਜਿਦ ਹੈ ਨਾ? ਕਹਿੰਦੇ ਹਾਂ। ਲੋਕ ਕਹਿੰਦੇ ਹੁਣ ਮਸਜਿਦ ਵੱਲ ਵੇਖਦੇ ਰਹੇ। ਰਾਮ ਰਾਏ ਜੀ ਕੋਲ ਸੋਟੀ ਸੀ, ਉਹਨਾਂ ਸੋਟੀ ਹੇਠਲਾ ਜਿਹੜਾ ਸਿਰਾ ਸੀ ਉਹ ਉੱਪਰ ਨੂੰ ਕਰਨਾ ਸ਼ੁਰੂ ਕਰਤਾ। ਮਸਜਿਦ ਧਰਤੀ ਤੋਂ ਬਾਹਰ ਆ ਗਈ, ਉੱਪਰ ਐ ਨੂੰ ਐਂ ਕਰੀ ਗਏ, 10 ਫੁੱਟ ਮਸਜਿਦ ਉੱਪਰ ਚੱਕਤੀ। ਫਿਰ ਹੌਲੀ ਹੌਲੀ ਉਹ ਆਪਣੀ ਥਾਂ 'ਤੇ ਲੈ ਆਂਦੀ। ਕਹਿੰਦੇ ਜੇ ਇੱਕ ਮੇਰੇ ਵਰਗਾ ਆਹ ਕੁਛ ਕਰ ਸਕਦਾ ਤੇ ਕ੍ਰਿਸ਼ਨ ਮਹਾਰਾਜ ਕਿਉਂ ਨਹੀਂ ਕਰ ਸਕਦੇ? ਢਿੱਲੇ ਜੇ ਪੈ ਗਏ ਤੇ ਔਰੰਗਜ਼ੇਬ ਵੀ ਝਾਕਦਾ ਵੀ ਕਮਾਲ ਦਾ ਬੰਦਾ। ਵੀ ਇਹੋ ਜਿਹੇ ਬੰਦੇ ਨਾਲ ਬਣਾ ਕੇ ਰੱਖਣੀ ਚਾਹੀਦੀ, ਕਿਤੇ ਸ਼ਰਾਬ ਹੀ ਨਹੀਂ ਦੇ, ਇੰਨੀ ਸ਼ਕਤੀ ਦਾ ਮਾਲਕ ਹੈ। ਡਰਦੇ ਸਾਧੂ ਲੋਕ ਡਰਦੇ ਵੀ ਨੇ। ਫਿਰ ਲੋ ਜੀ, ਉਹ ਮੁੱਲਾ ਬਲਾਣੇ ਦੂਜਿਆਂ ਨੂੰ ਚੜੇ ਗੁੱਸਾ ਵੀ ਹਾਏ ਹੋਏ, ਸਾਡੀ ਸ਼ਿਕਾਇਤ ਦੀ ਗੱਲ ਹੀ ਨਹੀਂ ਬਣਨੀ। ਇੱਕ ਦਿਨ ਫਿਰ ਸਭਾ ਲੱਗੀ, ਰਾਜੇ ਦੀ ਮੰਤਰੀ ਬੈਠੇ। ਫਿਰ ਕਹਿੰਦੇ ਦੇਖੋ ਜੀ, ਜਿਹੜਾ ਪੰਚਮ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਗ੍ਰੰਥ ਤਿਆਰ ਕੀਤਾ ਸੀ ਨਾ, ਉਹ 'ਚ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘਾੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਬਈ ਮੁਸਲਮਾਨ ਮੁਰਦਾ ਦੱਬਿਆ, ਹੌਲੇ ਮਿੱਟੀ ਹੋਣਾ ਹੀ ਉਹਨੇ। ਬਈ ਮੁਸਲਮਾਨ ਦੇ ਸਰੀਰ ਦੀ ਮਿੱਟੀ ਜਿਹੜੀ ਵੜ ਗਈ, ਉਹ ਲੈ ਕੇ ਕਿਸੇ ਹਿੰਦੂ ਘੁਮਿਆਰ ਨੇ ਉਹਦੀ ਇੱਟਾਂ ਬਣਾ ਲਈਆਂ, ਥੱਪ ਲਈਆਂ, ਫਿਰ ਉਹਨੂੰ ਆਵੇ 'ਚ ਪਾਈਆਂ। ਉਹ ਦੇਖੋ ਜੀ, ਮੁਸਲਮਾਨ ਦੀ ਮਿੱਟੀ ਸਾੜਤੀ ਇਹਨਾਂ ਨੇ। ਮੁਸਲਮਾਨਾਂ 'ਚ ਇਹ ਹੈ ਵੀ ਜਿਹੜਾ ਮੁਰਦਾ ਸਾੜੇਗਾ ਨਾ, ਉਹ ਮੁਰਦਾ ਨਰਕਾਂ ਨੂੰ ਜਾਏਗਾ। ਜਦੋਂ ਸਾੜੇ, ਉਹ ਸਾੜਦੇ ਨਹੀਂ ਹੈਗੇ। ਦੇਖੋ ਜੀ, ਇਹ ਲਿਖਿਆ। ਹਾਂ ਜੀ ਰਾਮ ਰਾਏ ਜੀ, ਐਂ ਹੀ ਲਿਖਿਆ? ਔਰੰਗਜ਼ੇਬ ਕਹਿੰਦਾ। ਰਾਜਾ ਨੇ ਸੋਚਿਆ ਗੱਲ ਵਿਗੜ ਚੱਲੀ ਬਈ ਕਈ ਮਹੀਨਿਆਂ ਦੀ ਵਾਹ ਬਣੀ ਹੋਈ ਔਰੰਗਜ਼ੇਬ ਨਾਲ ਹੈ, ਬੜਾ ਆਦਰ ਮਾਣ ਕਰਦਾ ਹੈ, ਗੁਰੂ ਘਰ ਦਾ ਵੀ ਸਤਿਕਾਰ ਕਰਦਾ ਹੈ। ਉਹਨਾਂ ਦੇ ਬਾਰੇ ਕੀ ਮੰਨ ਜਾਵੇ ਵੀ ਛੋਟੀ ਜਿਹੀ ਗੱਲ ਪਿੱਛੇ ਵਿਗੜ ਨਾ ਜਾਵੇ। ਕਹਿੰਦਾ ਨਹੀਂ ਜੀ, ਗੁਰੂ ਨਾਨਕ ਦੇਵ ਜੀ ਨੇ ਲਿਖਿਆ ਜੀ, ਮਿੱਟੀ ਬੇਈਮਾਨ ਕੀ। ਇਹ ਤਾਂ ਬਾਅਦ 'ਚ ਕਿਸੇ ਨੇ ਮਿੱਟੀ ਮੁਸਲਮਾਨ ਕੀ ਲਿਖਤਾ ਹੈ। ਉਹ ਕਹਿੰਦੇ ਵੀ ਲਿਖਤਾ ਹੋਣਾ, ਕੀ ਪਤਾ ਲੱਗਦਾ। ਚਲੋ ਚੁੱਪ ਕਰ ਰਹੇ। ਜਿਹੜੇ ਨਾਲ ਸਿੱਖ ਭੇਜੇ ਸਨ ਗੁਰੂ ਮਹਾਰਾਜ ਨੇ, ਉਹਨਾਂ ਨੇ ਕੀਰਤਪੁਰ ਸਾਹਿਬ ਕੇ ਗੁਰੂ ਮਹਾਰਾਜ ਨੇ ਦੱਸਿਆ ਬਈ ਤੁਹਾਡੇ ਲੜਕੇ ਆਹ ਗੱਲ ਹੋਈ। ਉਹਨੇ ਇੱਕ ਸ਼ਬਦ ਬਦਲ ਦਿੱਤਾ ਗੁਰਬਾਣੀ ਦਾ। ਗੁਰੂ ਮਹਾਰਾਜ ਬਹੁਤ ਨਾਰਾਜ਼ ਹੋਏ। ਕਹਿੰਦੇ ਜੇ ਅੱਜ ਮੇਰਾ ਪੁੱਤਰ ਇੱਕ ਸ਼ਬਦ ਬਦਲਦਾ ਹੈ ਤਾਂ ਕੱਲ੍ਹ ਨੂੰ ਕੋਈ ਪੂਰੀ ਲਾਈਨ ਬਦਲ ਦੇਗਾ, ਪਰਸਨ ਕੋਈ ਪਹਿਰਾ ਬਦਲ ਦੇਗਾ। ਕਈ ਕਹਿੰਦੇ ਚਲੋ ਜੀ ਮਾਫ਼ ਕਰ ਦਿਓ, ਗਲਤੀ ਹੋ ਜਾਂਦੀ। ਕਹਿੰਦਾ ਫਿਰ ਤਾਂ ਬਦਲੀ ਜਾਇਆ ਕਰਨਗੇ ਅਤੇ ਮਗਰੋਂ ਮਾਫ਼ੀ ਮੰਗੀ ਜਾਇਆ ਕਰਨਗੇ। ਇਹ ਤਾਂ ਬਦਲ ਦਿਆ ਕਰਨਗੇ ਅਤੇ ਮਗਰ ਮਾਫ਼ੀ ਮੰਗ ਲੈ, ਉਹ ਤਾਂ ਇੱਕ ਵਾਰੀ ਤਾਂ ਬਦਲਿਆ ਗਿਆ। ਨਹੀਂ, ਇਹ ਰੱਬੀ ਬਾਣੀ ਹੈ, ਇਹਨੂੰ ਬਦਲਣ ਦਾ ਕਿਸੇ ਨੂੰ ਅਧਿਕਾਰ ਨਹੀਂ, ਚਾਹੇ ਮੇਰਾ ਪੁੱਤਰ ਹੋ ਚਾਹੇ ਕੋਈ ਹੋਵੇ। ਇਸ ਲਈ ਸੁਨੇਹਾ ਭੇਜਦਾ ਸਿੱਖਾਂ ਤੋਂ ਬਈ ਉਹਨੂੰ ਕਹਿ ਦਿਓ ਅੱਜ ਤੋਂ ਤੂੰ ਮੇਰੇ ਮੱਥੇ ਨਹੀਂ ਲੱਗਣਾ, ਬਸ ਤੂੰ ਮੇਰਾ ਕੋਈ ਪੁੱਤਰ ਨਹੀਂ ਹੈਗਾ। ਆਏ ਵੀ ਰਾਮ ਰਾਏ ਜੀ ਮਾਫ਼ੀ ਮੰਗਣ ਕੀਰਤਪੁਰ ਸਾਹਿਬ। ਗੁਰੂ ਮਹਾਰਾਜ ਦਰਵਾਜ਼ਾ ਬੰਦ ਕਰ ਲਿਆ।
ਕਹਿੰਦੇ ਜਿਹਨੂੰ ਖੁਸ਼ ਕਰ ਲਈ ਤੂੰ ਇਹ ਬਾਣੀ ਦੀ ਇੱਕ ਸ਼ਬਦ ਬਦਲਿਆ, ਜਾ ਉਹਨੂੰ ਹੀ ਖੁਸ਼ ਕਰ, ਅਸੀਂ ਤੇਰੇ ਮੱਥੇ ਨਹੀਂ ਲੱਗਣਾ, ਬਸ ਸਾਡੇ ਕੋਲ ਨਾ ਮੁੜ ਕੇ ਤੂੰ ਆਈ। ਚਲੋ ਵਾਪਸ ਚਲੇ ਗਏ। ਇੰਨੇ ਚਿਰ ਨੂੰ 7ਵੇਂ ਪਾਤਸ਼ਾਹ ਦਾ ਸਮਾਂ ਹੋ ਗਿਆ ਸਰੀਰ ਤਿਆਗਣ ਦਾ। ਉਹਨਾਂ ਦੇਖਿਆ ਵੀ ਰਾਮ ਰਾਏ ਨੂੰ ਤਾਂ ਹੁਣ ਅਸੀਂ ਬੇਦਖਲ ਕਰ ਦਿੱਤਾ ਹੈ, ਅਤੇ ਜਿਹੜਾ ਛੋਟਾ ਬੱਚਾ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ, ਇਹ ਜਨਮ ਤੋਂ ਬ੍ਰਹਮ ਗਿਆਨੀ ਨੇ, ਵੀ ਇਹਨਾਂ ਨੂੰ ਗੁਰਗੱਦੀ ਦੇ ਦੇਣੀ। ਸੋ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਿਰਫ 5.25 ਸਾਲ ਦੇ ਸਨ, ਸਿਰਫ 5.25 ਸਾਲ ਦੇ ਸਨ ਜਦੋਂ ਇਹਨਾਂ ਨੂੰ ਗੁਰਗੱਦੀ ਮਿਲੀ, ਅਤੇ 7ਵੇਂ ਪਾਤਸ਼ਾਹ ਜਿਹੜਾ ਹੈ ਜੋਤੀ ਜੋਤ ਸਮਾ ਗਏ। ਗੁਰਗੱਦੀ ਮਿਲਣ ਤੋਂ ਬਾਅਦ ਜਿਹੜੇ ਪੰਡਤ ਸਨ ਉਹਨਾਂ ਕੋਲ ਇੱਕ ਕੋਹੜੀ ਆਇਆ, ਕਹਿੰਦੇ ਜੀ ਮੈਨੂੰ ਕੋਹੜ ਹੋ ਗਿਆ ਹੈ, ਤੁਸੀਂ ਕੋਈ ਕਰੋ ਇਲਾਜ। ਕੋਹੜ ਦਾ ਕੋਈ ਉਹਦਾ ਇਲਾਜ ਨਹੀਂ ਸੀ ਹੋਇਆ ਕਰਦਾ, ਨਾ ਚੀਚਕ ਦਾ ਕੋਈ ਹੋਇਆ ਕਰਦਾ ਸੀ। ਉਹਨਾਂ ਸੋਚਿਆ ਪੰਡਤ ਰਲ ਕੇ ਵੀ ਸ਼੍ਰੀ ਹਰਿਕ੍ਰਿਸ਼ਨ ਜੀ ਕੋਲ ਇਹਨੂੰ ਭੇਜਦੇ ਆ, ਜੇ ਤਾਂ ਉਹਨਾਂ ਨੇ ਤਾਂ ਕੋਹੜ ਦੂਰ ਕਰਤਾ ਫਿਰ ਤਾਂ ਵਾਕਈ ਗੁਰੂ ਹੈ, ਫਿਰ ਤਾਂ ਵਾਕਈ ਗੁਰੂ ਹੈ। ਜੇ ਕੋਹੜ ਨਾ ਦੂਰ ਕਰ ਸਕੇ ਅਸੀਂ ਕਿ ਐਵੇਂ ਆਪਣੇ ਪੁੱਤਰ ਨੂੰ ਗੁਰੂ ਬਣਾ ਕੇ ਨੇ, ਹੈ ਤਾਂ ਇਹਦੇ ਵਿੱਚ ਕੁਛ ਹੈ ਨਹੀਂ, ਇਹ ਕਰ ਤੇ ਕੁਛ ਸਕਦਾ, ਸਾਨੂੰ ਜਿਹੜੇ ਵੱਡੇ ਪ੍ਰਚਾਰ ਕਰਨ ਦਾ ਮੌਕਾ ਮਿਲ ਜਾਏਗਾ। ਅਤੇ ਜੇ ਠੀਕ ਹੋ ਗਿਆ ਚਲੇ, ਇੱਕ ਬ੍ਰਾਹਮਣ ਠੀਕ ਹੋ ਗਿਆ, ਕੋਈ ਬ੍ਰਾਹਮਣ ਸੀ ਕੋਹੜੀ ਵੀ, ਉਹਨੂੰ ਉਹਦੇ ਕੋਲ ਭੇਜਦਾ। ਉਹ ਕੋਹੜੀ ਕਿਹੜਾ ਸੀ ਹੈ, ਉਹਨੂੰ ਪਤਾ ਸੀ ਗੁਰੂ ਬਾਰੇ ਇਸੇ ਰਸਤੇ ਹੀ ਲੰਘਦੇ ਨੇ ਸਵੇਰੇ ਸੈਰ ਕਰਨ, ਉਹ ਉਸ ਰਸਤੇ ਦੇ ਵਿੱਚ ਲੇਟ ਗਿਆ ਕੋਹੜੀ। ਅਗਲੇ ਦਿਨ ਗੁਰੂ ਮਹਾਰਾਜ ਸੈਰ ਕਰਦੇ ਕਰਦੇ ਜਦੋਂ ਕੋਹੜੀ ਦੇ ਕੋਲ ਆਏ, ਉਹ ਬੇਨਤੀਆਂ ਲੱਗਿਆ ਕਰਨ, ਜੀ ਮੈਨੂੰ ਕੋਹੜ ਪੈ ਗਿਆ, ਬੜੇ ਸਾਲਾਂ ਦਾ ਪੈ ਗਿਆ, ਮੈਂ ਕਈਆਂ ਕੋਲ ਜਾਂਦਾ, ਇਹਦਾ ਕੋਈ ਇਲਾਜ ਨਹੀਂ ਹੈ, ਮੈਂ ਬਹੁਤ ਦੁਖੀ ਹਾਂ, ਘਰ ਦੇ ਜੀਆਂ ਨੇ ਮੈਨੂੰ ਕੱਢਤਾ, ਮੇਰੇ ਨੇੜੇ ਕੋਈ ਨਹੀਂ ਆਉਂਦਾ, ਰੋਟੀ ਪਾਣੀ ਦਾ ਵੀ ਔਖਾ ਹੋ ਗਿਆ, ਵੀ ਡਰਦੇ ਮੇਰੇ ਨੇੜੇ ਕਿ ਸਾਨੂੰ ਨਾ ਕੋਹੜ ਹੋ ਜਾਏ, ਵੀ ਕਿਰਪਾ ਕਰੋ ਮੇਰਾ ਕੋਹੜ ਦੂਰ ਕਰੋ। ਗੁਰੂ ਮਹਾਰਾਜ ਜੇਬ 'ਚ ਰੁਮਾਲ ਕੱਢਿਆ, ਕਹਿੰਦੇ ਆ ਲੈ ਰੁਮਾਲ, ਆਪਣੇ ਜਿੱਥੇ ਜਿੱਥੇ ਕੋਹੜ ਹੈ ਨਾ ਉੱਥੇ ਉੱਥੇ ਇਸਨੂੰ ਫੇਰ ਲੈ, ਤੇਰਾ ਕੋਹੜ ਦੂਰ ਹੋ ਜਾਏਗਾ। ਉਹ ਜਿੱਥੇ ਜਿੱਥੇ ਕੋਹੜ ਸੀ ਉਹਨੇ ਫੇਰਿਆ, ਉਹਦਾ ਦੇਖਦੇ ਸਾਰਾ ਕੋਹੜ ਦੂਰ ਹੋ ਗਿਆ। ਉਹ ਤਾਂ ਬੱਲੇ ਬੱਲੇ ਹੋ ਗਈ, ਸਾਰੇ ਪਾਸੇ ਫੈਲ ਗਈ ਵੀ ਗੁਰੂ ਮਹਾਰਾਜ ਤਾਂ ਬੇਅੰਤ ਸ਼ਕਤੀਆਂ ਦੇ ਮਾਲਕ ਨੇ, ਨਾਲੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ, ਜਿਹੜੇ ਕਹਿੰਦੇ ਲੈ ਜਵਾਕ ਜਿਹਾ ਬਣਾਤਾ, ਇਹਨੂੰ ਕੀ ਹੁੰਦਾ। ਚਲੋ ਜੀ, ਇੱਕ ਵਾਰੀ ਗੁਰੂ ਮਹਾਰਾਜ ਬੈਠੇ, ਅੱਗੇ ਸੰਗਤ ਬੈਠੀ ਹੈ, ਇੱਕ ਜਸਵੰਤ ਰਾਏ ਨਾਮ ਦਾ ਚੋਰ ਆ ਗਿਆ, ਆ ਕੇ ਮੱਥਾ ਟੇਕਦਾ ਗੁਰੂ ਮਹਾਰਾਜ ਨੂੰ। ਗੁਰੂ ਮਹਾਰਾਜ ਕਿਹਾ, ਚੋਰ ਕੀ ਹਮਾ ਪਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਵਿਚਾਰਾ ਸ਼ਰਮਿੰਦਾ ਹੋ ਗਿਆ, ਚਰਨੀ ਢਹਿ ਪਿਆ ਜੀ। ਕਿਹਾ ਜੀ ਮੈਨੂੰ ਮਾਫ਼ ਕਰ ਦਿਓ ਜੀ, ਮੈਂ ਅੱਗੇ ਤੋਂ ਚੋਰੀਆਂ ਨਹੀਂ ਕਰਦਾ। ਹਾਂ, ਕਹਿੰਦੇ ਸੰਗਤ ਬੈਠੀ, ਕਰ ਤੋਬਾ ਕਰ ਵੀ ਮੈਂ ਅੱਗੇ ਤੋਂ ਚੋਰੀ ਨਹੀਂ ਕਰਦਾ ਜੀ, ਅਸੀਂ ਤੈਨੂੰ ਮਾਫ਼ ਕਰ ਦਿੰਦੇ। ਸੋ ਚੋਰ ਨੇ ਫਿਰ ਮੁਆਫ਼ੀ ਮੰਗੀ, ਗੁਰੂ ਮਹਾਰਾਜ ਕੇ ਚੰਗਾ ਪਈ ਅੱਗੇ ਤੋਂ ਨਾ ਕਰਿਆ ਕਰ, ਅਤੇ ਉਹਨੂੰ ਨਾਮ ਦਿੱਤਾ ਵੀ ਨਾਮ ਜਪਿਆ ਕਰ, ਤੇਰਾ ਭਲਾ ਹੋ ਜਾਏ। ਐਂ ਇੱਕ ਵਾਰੀ ਗੋਂਦਾਮੱਲ ਜੁਆਰੀਆ ਸੀ, ਉਹ ਵੀ ਆ ਗਿਆ ਦਰਬਾਰ ਸੰਗਤ ਦੇ ਨਾਲ। ਹੁਣ ਕਿਤੇ ਮੱਥੇ ਤਾਂ ਲਿਖਿਆ ਨਹੀਂ ਨਾ ਜੁਆਰੀਆ। ਜਿਹੜਾ ਸਾਧ ਹੋਵੇ ਨਾ, ਉਹ ਐਕਚੁਅਲੀ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਣੀ ਚਾਹੀਦੀ ਹੈ, ਉਹਨੂੰ ਪਤਾ ਲੱਗੇ ਵੀ ਆ ਜਿਹੜਾ ਆਇਆ ਇਹ ਕੌਣ ਹੈ, ਇਹ ਕਿਉਂ ਹੈ, ਇਹ ਕੋਈ ਜਾਣੀ ਜਾਣ ਹੋਣਾ ਚਾਹੀਦਾ, ਇੱਕ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਣੀ ਚਾਹੀਦੀ ਹੈ। ਅਸਲ ਸੰਤ ਤਾਂ ਬਣਦਾ ਉਹ। ਅੱਜ ਕੱਲ੍ਹ ਚਲੇ ਜਾਏ, ਕਿਸੇ ਨੂੰ ਪਤਾ ਹੀ ਨਹੀਂ ਵੀ ਜਿਹੜਾ ਇਹ ਆਇਆ ਇਹ ਕਿਸ ਭਾਵਨਾ ਨਾਲ ਆਇਆ, ਇਹ ਅੰਦਰੋਂ ਕੀ ਹੈ, ਇਹ ਬਾਹਰੋਂ ਕੀ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਸ ਲਈ ਉਹ ਜਿਹੜਾ ਜਸਵੰਤ ਗੋਂਦਾਮੱਲ ਜੁਆਰੀਆ ਉਹ ਆ ਗਿਆ, ਅਤੇ ਅੱਗੋਂ ਗੁਰੂ ਮਹਾਰਾਜ ਨੂੰ ਵੇਖ ਕੇ ਕਹਿੰਦੇ, ਉਹਨੇ ਜੇ ਸਿਰ ਨਵਾਇਆ ਨਾ, ਗੁਰੂ ਮਹਾਰਾਜ ਕਹਿੰਦੇ ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੇ ਕੁਸ਼ੱਦੇ ਜਾਂ, ਵੀ ਜਦੋਂ ਹਿਰਦੇ ਹੀ ਸ਼ੁੱਧ ਨਹੀਂ ਅਤੇ ਸਰੀਰ ਨਵਾਉਣ ਦਾ ਕੀ ਫਾਇਦਾ ਬਈ। ਉਹ ਸਮਝ ਗਿਆ, ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰ। ਕਹਿ ਤੂੰ ਕੀ ਕਰਦਾ? ਕਹਿੰਦੇ ਮੈਂ ਜੂਆ ਖੇਡਦਾ।
ਕਹਿੰਦੇ ਭਾਈ ਇਹ ਕੰਮ ਚੰਗਾ ਨਹੀਂ ਹੁੰਦਾ, ਇਹ ਛੱਡ ਦਿਓ, ਤੂੰ ਖੇਡੇਗਾ ਕੱਲ੍ਹ ਤੇਰੇ ਬੱਚੇ ਖੇਡਣਗੇ, ਭੈੜੀ ਆਦਤ ਹੈ, ਅੱਗੇ ਅੱਗੇ ਦੇਖ ਕੇ ਪੈ ਜਾਂਦੀ। ਚਲੋ ਉਹਨੇ ਮੁਆਫੀ ਮੰਗੀ, ਜੂਆ ਖੇਡਣਾ ਬੰਦ ਕਰਤਾ, ਅੱਗੇ ਗੁਰਸਿੱਖ ਹੋ ਗਿਆ ਹੈ। ਇਹਦੇ 'ਚ ਇਹਨੂੰ ਕੀ ਹੋਇਆ ਵੀ ਰਾਮ ਰਾਏ ਨੇ ਸੋਚਿਆ ਮੈਨੂੰ ਤਾਂ ਗੁਰਗੱਦੀ ਮਿਲੀ ਨਹੀਂ, ਗੁਰਗੱਦੀ ਤਾਂ ਮੇਰੇ ਭਰਾ ਨੂੰ ਮਿਲ ਗਈ ਹੈ, ਮੈਂ ਘਰ 'ਚ ਵੱਡਾ ਸੀ, ਮੈਨੂੰ ਮਿਲਣੀ ਚਾਹੀਦੀ ਹੈ। ਉਹਨੂੰ ਪੁੱਛੇ ਭਲੇ ਮਾਨਸ ਵੀ ਕੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਦਿੱਤੀ? ਨਹੀਂ ਦਿੱਤੀ। ਕੀ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਪੁੱਤਰਾਂ ਨੂੰ ਗੁਰਗੱਦੀ ਦਿੱਤੀ? ਨਹੀਂ ਦਿੱਤੀ। ਕੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਦਿੱਤੀ? ਨਹੀਂ ਦਿੱਤੀ। ਉਹ ਤਾਂ ਜਿਹੜੇ ਯੋਗ ਸਨ ਉਹਨਾਂ ਨੂੰ ਗੁਰਗੱਦੀ ਮਿਲਿਆ ਕਦੇ, ਚਾਹੇ ਗੁਰੂ ਦਾ ਪੁੱਤਰ ਹੈ ਅਤੇ ਚਾਹੇ ਸੇਵਕ ਹੈ। ਇਹ ਦੋਨਾਂ ਭਰਾਵਾਂ ਦੇ ਵਿੱਚੋਂ ਜਿਹੜਾ ਰਾਮ ਰਾਏ ਨਾਲੋਂ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਮਹਾਰਾਜ ਜ਼ਿਆਦਾ ਯੋਗ ਸਨ, ਇਸ ਲਈ ਗੁਰਗੱਦੀ ਮਿਲ ਗਈ। ਪਰ ਉਹ ਸਮਝਦਾ ਸੀ ਨਹੀਂ, ਵੱਡੇ ਪੁੱਤਰ ਦਾ ਹੱਕ ਹੁੰਦਾ, ਜਿਵੇਂ ਰਾਜਾਸ਼ਾਹੀ 'ਚ ਹੁੰਦਾ। ਰਾਜੇ ਦੇ ਮੰਨ ਲਓ 4 ਪੁੱਤਰ ਨੇ, ਵੱਡੇ ਪੁੱਤਰ ਨੂੰ ਰਾਜ ਮਿਲਿਆ ਕਦੇ, ਬਾਕੀ ਨਹੀਂ ਸੀ ਮਿਲਿਆ ਕਰ। ਉਹ ਔਰੰਗਜ਼ੇਬ ਕੋਲ ਚਲੇ ਗਏ। ਹੁਣ ਉਹਨੂੰ ਭਲੇ ਮਾਨਸ ਨੂੰ ਪਤਾ ਨਹੀਂ ਹੈ ਰਾਮ ਰਾਏ ਨੂੰ ਵੀ ਔਰੰਗਜ਼ੇਬ ਤੇ ਐਸਾ ਜਿਹਨੇ ਆਪਣੇ ਬਾਪ ਨੂੰ ਕੈਦ ਕਰਤਾ ਸੀ, ਬਾਪ ਨੂੰ ਕੈਦ ਕਰ ਲਿਆ ਸੀ ਆਪ ਰਾਜ ਖੋਣ ਲਈ। ਇੱਥੋਂ ਤੱਕ ਇਹ ਬਾਪ ਨੂੰ ਇੱਕੋ ਪਿਆਲਾ ਪਾਣੀ ਦਾ ਦਿੰਦਾ ਸੀ ਪੀਣ ਨੂੰ। ਉਹਨੇ ਚਿੱਠੀ ਲਿਖੀ ਆਪਣੇ ਪੁੱਤਰ ਨੂੰ ਵੀ ਮੈਨੂੰ ਕਦੇ ਨਹਾਉਣ ਲਈ ਪਾਣੀ ਦੇ ਦੇ, ਅਤੇ ਜਿਹੜਾ ਆਇਆ ਸੀ ਉਹਨੂੰ ਕਹਿ, ਉਹਨੂੰ ਬਾਪ ਵੀ ਮੇਰੇ ਬਾਪ ਨੂੰ ਕਹਿ ਜਿਸ ਸਿਆਹੀ ਨਾਲ ਤੂੰ ਚਿੱਠੀ ਲਿਖੀ ਹੈ ਨਾ, ਇਹਨੂੰ ਪੀ ਲਿਆ ਕਰ, ਇਹਦੇ ਨਾਲ ਲਿਆ ਕਰ, ਤੇ ਇਹਨੂੰ ਕੋਈ ਪਾਣੀ ਨਹੀਂ ਮਿਲਦਾ। ਇਹੋ ਜਿਹਾ ਔਰੰਗਜ਼ੇਬ ਸੀ, ਆਪਣੇ ਭਰਾਵਾਂ ਦਾ ਕਤਲ ਕਰਕੇ ਆਪ ਰਾਜਾ ਬਣਿਆ ਸੀ। ਹਾਲਾਂਕਿ ਆਪ ਵੱਡਾ ਨਹੀਂ ਸੀ, ਆਪ ਛੋਟਾ ਸੀ। ਆਪਣੇ ਬਾਪ ਨੂੰ ਕੈਦ ਕਰਕੇ, ਆਪਣੇ ਭਰਾਵਾਂ ਨੂੰ ਕਤਲ ਕਰਕੇ ਆਪ ਰਾਜਾ ਬਣੇ, ਅਤੇ ਤੁਸੀਂ ਵੀ ਤੂੰ ਉਹਦੇ ਕੋਲ ਚੱਲੇ ਵੀ ਮੈਂ ਘਰ 'ਚ ਵੱਡਾ ਜੀ, ਮੈਨੂੰ ਗੁਰਗੱਦੀ ਦੇ ਦਿਓ। ਅੱਗੋਂ ਰਾਮ ਰਾਏ ਨੂੰ, ਔਰੰਗਜ਼ੇਬ ਨੂੰ ਦਿਲ ਤਾਂ ਪਤਾ ਹੀ ਹੋਣਾ ਔਰੰਗਜ਼ੇਬ ਨੂੰ ਵੀ ਮੈਂ ਆਹ ਕੁਛ ਕੀਤਾ ਹੋਇਆ, ਅਤੇ ਮੈਂ ਕਿਹੜਾ ਵੱਡਾ ਸੀ ਜਿਹੜਾ ਮੈਨੂੰ ਰਾਜ ਮਿਲਿਆ ਹੋਇਆ ਹੈ, ਅਤੇ ਇਹ ਆ ਗਿਆ ਹੈ। ਪਰ ਉਹਨੇ ਕਿਹਾ ਵੀ ਪਿਓ ਪੁੱਤ ਦੀ ਆਪਸ 'ਚ ਫੁੱਟ ਪੈ ਗਈ ਵੀ ਚਲੋ ਇਹਨੂੰ ਖੁਸ਼ ਕਰਨ ਲਈ ਆਪਾਂ ਕਹਿ ਦਿੰਦੇ, ਕਹਿੰਦੇ ਕੋਈ ਨਹੀਂ, ਤੇਰੀ ਸ਼ਿਕਾਇਤ ਸਾਨੂੰ ਮਿਲ ਗਈ ਹੈ, ਅਸੀਂ ਹੁਣੇ ਤੇਰੇ ਭਰਾ ਨੂੰ ਸੱਦ ਲੈਂਦੇ। ਰਾਜਾ ਮਿਰਜ਼ਾ ਜੈ ਸਿੰਘ, ਉਹ ਜਿਹੜੇ ਮੰਤਰੀ ਹੁੰਦੇ ਸਨ, ਇਹ ਰਾਜਪੂਤ ਪਹਿਲਾਂ ਰਾਜੇ ਹੁੰਦੇ ਸਨ, ਫਿਰ ਇਹ ਹੌਲੀ ਹੌਲੀ ਇਹਨਾਂ ਮੁਗਲਾਂ ਤੋਂ ਹਾਰ ਗਏ, ਹਾਰ ਕੇ ਸ਼ਬਦ ਨਾਲ ਰਾਜੇ ਰਹਿ ਗਿਆ, ਸ਼ਬਦ ਦਾ ਨਾਂ ਰਾਜਾ ਰਹਿ ਗਿਆ। ਮਿਰਜ਼ਾ ਸਿੰਘ ਨਾਮ ਸੀ। ਰਾਜਾ ਮਿਰਜ਼ਾ ਜੈ ਸਿੰਘ ਜਿਹੜਾ ਹੈ ਉਹਨੂੰ, ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਔਰੰਗਜ਼ੇਬ ਨੇ ਉਸ ਰਾਜਾ ਮਿਰਜ਼ਾ ਜੈ ਸਿੰਘ ਨੂੰ ਸੱਦਿਆ, ਕਹਿੰਦੇ ਵੀ ਤੁਸੀਂ ਜਾ ਕੇ ਨਾ ਕੀਰਤਪੁਰ ਸਾਹਿਬ ਜਾਓ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਕਹੋ ਵੀ ਤੁਹਾਡੇ ਭਰਾ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ, ਇੱਥੇ ਦਿੱਲੀ ਆ ਕੇ ਉਹਦਾ ਜਵਾਬ ਦਿਓ। ਚਲੋ ਮਿਰਜ਼ਾ ਜੈ ਸਿੰਘ ਚਲਿਆ ਗਿਆ ਹੈ। ਹੁਣ ਗੁਰੂ ਮਹਾਰਾਜ ਨੇ ਉਹਨੂੰ ਬੜਾ ਆਦਰ ਮਾਣ ਸਤਿਕਾਰ ਨਾਲ ਮੱਥਾ ਟੇਕਿਆ ਹੈ, ਕਿਉਂ ਉਹ ਗੁਰੂ ਘਰ ਦੇ ਸ਼ਰਧਾਲੂ ਸੀ। ਗੁਰੂ ਮਹਾਰਾਜ ਕਹਿੰਦੇ ਆਓ ਜੀ, ਰਾਜੇ ਕਿਵੇਂ ਆਏ ਹੋ? ਉਹ ਕਹਿੰਦੇ ਜੀ ਵੀ ਐਂ ਤੁਹਾਡੇ ਭਰਾ ਨੇ ਸ਼ਿਕਾਇਤ ਕਰਤੀ ਹੈ ਵੀ ਮੈਂ ਘਰ 'ਚ ਵੱਡਾ ਸੀ ਅਤੇ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਮੇਰਾ ਬਾਪ ਮੇਰੇ ਨਾਲ ਇਨਸਾਫ ਕਰ ਗਿਆ ਵੀ ਮੈਨੂੰ ਇਨਸਾਫ ਦਿਲਾਓ, ਅਤੇ ਤੁਸੀਂ ਵੀ ਦਿੱਲੀ ਆਓ, ਵੀ ਤੁਹਾਨੂੰ ਦਿੱਲੀ ਸੱਦਿਆ ਜੀ, ਤੁਸੀਂ ਪਹੁੰਚ ਜਾਓ। ਅਤੇ ਗੁਰੂ ਮਹਾਰਾਜ ਰਾਜਾ ਜੈ ਸਿੰਘ ਨੂੰ ਕਹਿੰਦੇ ਵੀ ਤੁਸੀਂ ਤਾਂ ਵਾਪਸ ਦਿੱਲੀ ਜਾਓ, ਅਸੀਂ ਆ ਰਹੇ ਤੁਹਾਡੇ ਮਗਰ ਮਗਰ। ਤਾਂ ਫਿਰ ਜਿਹੜਾ ਹੈ ਗੁਰੂ ਮਹਾਰਾਜ ਆਪਣੀ ਮਾਤਾ ਨੂੰ ਨਾਲ ਲੈ ਕੇ ਆਪ ਅਤੇ ਕੁਝ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਤੋਂ ਚੱਲ ਪਏ। ਚੱਲਦੇ ਚੱਲਦੇ ਅੰਬਾਲੇ ਦੇ ਕੋਲ ਇੱਕ ਪੰਜੋਖੜਾ ਪਿੰਡ ਹੈ, ਆਪ ਜੀ ਕਈ ਵਾਰੀ ਗਏ ਹੋਗੇ। ਪੰਜੋਖੜੇ ਆਏ, ਉੱਥੇ ਠਹਿਰਾ ਕੀਤਾ, ਆਲੇ ਦੁਆਲੇ ਦੇ ਸਿੱਖਾਂ ਨੂੰ ਪਤਾ ਲੱਗਾ, ਉਹ ਆਉਣੇ ਸ਼ੁਰੂ ਹੋ ਗਏ, ਸੰਗਤ ਆਉਣੀ ਸ਼ੁਰੂ ਹੋ ਗਈ।
ਹੁਣ ਦੇਖਣ ਨੂੰ ਉਸ ਵੇਲੇ ਸਿਰਫ 6.5 ਸਾਲ ਦੇ ਸਨ। ਜਿਸ ਵੇਲੇ ਪੰਜੋਖੜੇ ਪਹੁੰਚੇ ਨੇ ਉਦੋਂ 8ਵੇਂ ਪਾਤਸ਼ਾਹ ਸਿਰਫ 6.5 ਸਾਲ ਦੇ ਸਨ। ਅਤੇ ਲੋਕ ਹੈਰਾਨ ਨੇ ਵੀ ਜਵਾਕ ਨੂੰ ਇਹ ਸਿੱਖ ਮੱਥਾ ਟੇਕੀ ਦੇ ਗੁਰੂ ਕਹਿੰਦੇ ਨੇ। ਹਾਂ, ਉੱਥੇ ਇੱਕ ਪੰਡਿਤ ਲਾਲ ਚੰਦ ਰਹਿੰਦਾ ਸੀ, ਜਿਹੜਾ ਕਿ ਸੰਸਕ੍ਰਿਤ ਦਾ ਵਿਦਵਾਨ ਸੀ। ਪੰਡਿਤਾਂ ਨੂੰ ਆਮ ਤੌਰ 'ਤੇ ਸੰਸਕ੍ਰਿਤ ਆਉਂਦੀ ਹੈ, ਕਿਉਂਕਿ ਧਾਰਮਿਕ ਗ੍ਰੰਥ ਇਹਨਾਂ ਦੇ ਸੰਸਕ੍ਰਿਤ 'ਚ ਲਿਖੇ ਹੋਏ ਹਨ। ਜਿਵੇਂ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਆਉਂਦੀ ਹੈ, ਵੀ ਸਾਡੇ ਸਾਰੇ ਕਿਤਾਬਾਂ ਪੰਜਾਬੀ 'ਚ ਲਿਖੀਆਂ ਹੋਈਆਂ ਹਨ, ਔਰ ਆਉਣੀ ਵੀ ਚਾਹੀਦੀ ਹੈ। ਆਪਣੀ ਜਿਹੜੀ ਜਿਸ ਜ਼ਬਾਨ ਦੇ ਸਾਡੇ ਧਾਰਮਿਕ ਗ੍ਰੰਥ ਲਿਖੇ ਹੋਏ ਨੇ ਉਹਦੇ ਘੱਟ ਤੋਂ ਸਾਨੂੰ ਆਉਣੀ ਚਾਹੀਦੀ, ਤਾਂ ਹੀ ਅਸੀਂ ਪੜ੍ਹਾਂਗੇ ਉਹਨਾਂ ਨੂੰ। ਉਹ ਵਿਦਵਾਨ ਪੰਡਿਤ ਸੀ। ਉਹਨੇ ਸੋਚਿਆ ਬਈ ਗੁਰੂ ਬਣਨ ਲਈ ਤਾਂ ਬੜਾ ਗਿਆਨਵਾਨ ਬੰਦਾ ਚਾਹੀਦਾ, ਵੀ ਇਹ ਤਾਂ ਬੱਚਾ ਜਿਹਾ, ਇਹਨੂੰ ਕੀ ਗਿਆਨ ਹੋਏਗਾ, ਇਹਨੇ ਕਿਹੜੇ ਗ੍ਰੰਥ ਪੜ੍ਹੇ ਹੋਣਗੇ। ਉਹ ਕਈ ਵਾਰੀ ਸਿੱਖਾਂ ਨਾਲ ਇਸ ਤਰ੍ਹਾਂ ਗੱਲ ਕਰਿਆ ਕਰੇ। ਕਹਿੰਦੇ ਮੈਨੂੰ ਤਾਂ ਬੜੀ ਹੈਰਾਨੀ ਵੀ ਹੈ ਬਈ ਜਿਸ ਨੂੰ ਗਿਆਨ ਨਹੀਂ, ਜੇ ਕੋਈ ਪੜ੍ਹਿਆ ਨਹੀਂ ਹੈਗਾ, ਜੇ ਛੋਟਾ ਜਿਹਾ, ਤੁਸੀਂ ਉਹਨੂੰ ਗੁਰੂ ਕਹੀ ਜਾਂਦੇ ਹੋ। ਚਲੋ ਕਿਸੇ ਸਿੱਖ ਨੇ ਗੁਰੂ ਮਹਾਰਾਜ ਦੱਸੇ ਵੀ ਐਂ ਜੀ ਇੱਥੇ ਇੱਕ ਪੰਡਿਤ ਲਾਲ ਚੰਦ ਹੈ, ਉਹ ਐਂ ਕਹਿੰਦਾ। ਕਹਿੰਦੇ ਕੋਈ ਨਹੀਂ ਭਾਈ, ਉਹਨੂੰ ਸੱਦ ਲਿਓ। ਚਲੋ ਪੰਡਿਤ ਗਏ, ਤੁਹਾਨੂੰ ਗੁਰੂ ਜੀ ਸੱਦਦੇ ਨੇ। ਪੰਡਿਤ ਜੀ ਕਿਹਾ, ਪੰਡਿਤ ਜੀ ਆ ਗਏ। ਆਓ ਜੀ ਪੰਡਿਤ ਜੀ, ਆਓ ਜੀ, ਬੈਠੋ ਜੀ, ਬੈਠੋ। ਹਾਂ ਬੋਲੋ, ਤੁਹਾਨੂੰ ਕੀ ਸ਼ੰਕਾ ਹੈ? ਕਹਿੰਦੇ ਮੈਨੂੰ ਸ਼ੰਕਾ ਇਹ ਹੈ ਬਈ ਜਿਹੜਾ ਗੁਰੂ ਹੈ ਬਹੁਤ ਵਿਦਵਾਨ ਹੋਣਾ ਚਾਹੀਦਾ, ਤਾਂ ਹੀ ਆਪਣੇ ਚੇਲਿਆਂ ਨੂੰ ਸਿੱਖਿਆ ਦੇਵੇਗਾ, ਕੋਈ ਗਿਆਨ ਦੇਵੇਗਾ। ਬਈ ਤੁਸੀਂ 6-7 ਸਾਲ ਦੇ ਲੱਗਦੇ ਹੋ ਦੇਖਣ ਨੂੰ, ਬਈ ਤੁਹਾਨੂੰ ਇੰਨੀ ਉਮਰ 'ਚ ਕਿਹੜਾ ਗਿਆਨ ਹੋ ਸਕਦਾ ਵੀ ਤੁਹਾਨੂੰ ਗੁਰੂ ਬਣਾ ਦਿੱਤਾ ਗਿਆ ਹੈ। ਮੈਨੂੰ ਕਹਿੰਦੇ ਆਹ ਸ਼ੰਕਾ ਹੈ। ਕਹਿੰਦੇ ਦੇਖ ਭਾਈ, ਜੇ ਤਾਂ ਅਸੀਂ ਤੇਰਾ ਕੋਈ ਸ਼ੰਕਾ ਨਿਵਰਤ ਕੀਤਾ ਤਾਂ ਤੂੰ ਸੋਚੇਗਾ ਵੀ ਗੁਰੂਆਂ ਦਾ ਲੜਕਾ ਸੀ, ਗੁਰੂ ਮਾਰੇ ਘਰ ਟੀਚਰ ਰੱਖ ਕੇ ਪੜ੍ਹਾਤੇ ਹੁਣ। ਐਂ ਕਰ, ਤੂੰ ਆਪਣੇ ਪਿੰਡ ਦਾ ਕੋਈ ਅਨਪੜ੍ਹ ਬੰਦਾ ਲੈ ਆ, ਅਸੀਂ ਤੇਰੇ ਪ੍ਰਸ਼ਨਾਂ ਦਾ ਉਸ 'ਤੇ ਉੱਤਰ ਦਿਲਾ ਦਾਂਗੇ। ਕਹਿੰਦੇ ਮੈਂ ਤਾਂ ਗੀਤਾ ਦੇ ਸ਼ਲੋਕ ਬੋਲੂੰਗਾ, ਅਰਥ ਕਰ ਦੇਗਾ। ਕਹਿੰਦੇ ਹਾਂ ਤੂੰ ਲੈ ਆ, ਜਿਹਨੂੰ ਮਰਜ਼ੀ ਲੈ ਆਓ। ਕਹਿੰਦੇ ਛੱਜੂ ਝੋਰਦ ਹੁੰਦਾ ਸੀ। ਮੈਂ ਪਿੱਛੇ ਜੇ ਗਿਆ, ਮੈਂ ਬੜਾ ਪੁੱਛਿਆ ਵੀ ਛੱਜੂ ਝੋਰ ਦਾ ਜਿਹੜਾ ਘਰ ਹੁੰਦਾ ਸੀ, ਕੋਈ ਮਗਰੋਂ ਵਾਲੀ ਵਾਰਸ ਕੋਈ ਹੈ ਕਿ ਉਸ ਦੇ ਖਾਨਦਾਨ ਵਿੱਚੋਂ ਕੋਈ ਹੈ ਵੀ ਚਲੋ ਜੇ ਹੈ ਤਾਂ ਵੀ ਅਗਲੇ ਘਰ ਦੇ ਦਰਸ਼ਨ ਕਰ ਆਈਏ, ਨਾਲ ਮਿਲ ਗਏ ਲਾਈਏ ਵੀ ਹਾਂ ਵੀ ਤੁਹਾਡੇ ਵੱਡੇ ਵਡੇਰੇ ਦਾ ਨਾਮ ਹੈ ਇਤਿਹਾਸ 'ਤੇ। ਚਲੋ ਉਹ ਤਿੱਕਾ ਸਾਨੂੰ ਤਾਂ ਪਤਾ ਨਹੀਂ ਸੀ, ਪਤਾ ਨਹੀਂ ਟੈ ਗਰੀਬ ਬੰਦਾ ਸੀ, ਪਤਾ ਅੱਗੋਂ ਔਲਾਦ ਹੋਈ ਨਾ, ਉਹਨਾਂ ਦੀ ਟੈ ਢੇਰੀ ਹੋ ਗਏ ਵੀ ਹੈ ਨਹੀਂ ਉਹਦਾ ਘਰ ਕੋਈ। ਮਗਰ ਖੈਰ ਉਹ ਲਾਲ ਚੰਦ ਉਹਨੂੰ ਕਹਿੰਦੇ ਤੂੰ ਅਨਪੜ੍ਹ ਲੈ, ਪੜ੍ਹੇ ਲੈ ਛੱਡ, ਜਿਹਨੂੰ ਮਰਜ਼ੀ ਤੂੰ ਲੈ, ਪਿੰਡ ਦਾ ਸੀ ਉਸੇ ਤੋਂ ਅਰਥ ਕਰਾ ਦੇਣ ਤੇ ਗੀਤਾ ਦੇ ਸ਼ਲੋਕਾਂ ਦੇ। ਉਹ ਛੱਜੂ ਝੋਰ ਨੂੰ ਲੈ, ਅਨਪੜ੍ਹ ਨੂੰ। ਇਤਿਹਾਸ 'ਚ ਲਿਖਿਆ ਗੁੰਗਾ ਵੀ ਸੀ, ਉਹਨੂੰ ਲੈ। ਗੁਰੂ ਮਹਾਰਾਜ ਉਹਦੇ ਨਾਲ ਜਿਹੜਾ ਹੁਣ ਸਰੋਵਰ ਬਣਿਆ ਕਿ ਉੱਥੇ ਪੰਜੋਖੜਾ ਸਾਹਿਬ, ਉਹਦੇ ਛਪੜੀ ਹੁੰਦੀ ਸੀ। ਗੁਰੂ ਮਹਾਰਾਜ ਨੂੰ ਕਹਿੰਦੇ ਛੱਜੂ ਝੋਰ ਨੂੰ ਵੀ ਛੱਜੂ ਆਹ ਛਪੜੀ 'ਚ 5 ਇਸ਼ਨਾਨਾ ਕਰ ਲਓ। ਉਹਨੇ 5 ਇਸ਼ਨਾਨਾ ਕਰ ਲਏ। ਵਧੀਆ ਚੌਂਕੀ ਦੇ ਉੱਤੇ ਉਹਨੂੰ ਕਿਹਾ ਵੀ ਤੂੰ ਇੱਥੇ ਬੈਠ ਜਾ। ਦੇ ਉੱਤੇ ਉਹਨੂੰ ਬਿਠਾਤਾ ਆਪਣੇ ਕੋਲ, ਕਹਿੰਦੇ ਮੇਰੇ ਨੇੜੇ ਬਹਿ ਜਾ। ਬਹਿ ਗਿਆ। ਗੁਰੂ ਮਹਾਰਾਜ ਨੇ ਛੱਜੂ ਝੋਰ ਦੇ ਸਿਰ 'ਤੇ ਆਪਣੀ ਸੋਟੀਆਂ ਰੱਖਤੀ। ਜਿਉਂ ਹੀ ਸੋਟੇ ਰੱਖੇ ਉਹਦੇ ਸਾਰੇ ਅੰਦਰਲੇ ਕਵਾੜ ਖੁੱਲ੍ਹ ਗਏ, ਉਹ ਤਾਂ ਬ੍ਰਹਮ ਗਿਆਨੀ ਹੋ ਗਏ। ਅਤੇ ਗੁਰੂ ਮਹਾਰਾਜ ਪੰਡਿਤ ਨੂੰ ਕਹਿੰਦੇ ਪੰਡਿਤ ਜੀ ਬੋਲੋ ਸ਼ਲੋਕ। ਪੰਡਿਤ ਨੇ ਸੰਸਕ੍ਰਿਤ ਸ਼ਲੋਕ ਬੋਲਿਆ ਗੀਤਾ ਦਾ। ਛੱਜੂ ਝੋਰ ਨੇ ਵਿਦਵਾਨਾਂ ਦੀ ਤਰ੍ਹਾਂ ਉੱਤਰ ਦਿੱਤਾ। ਉਹ ਬੜਾ ਹੈਰਾਨ ਹੋਇਆ। 5-6 ਸ਼ਲੋਕ ਉਹਨੇ ਵਾਰੀ ਵਾਰੀ ਬੋਲੇ। ਉਹਨੇ ਨਿਸ਼ਾ ਕਰਾਤੀ ਜਵਾਬ ਦੇ ਛੱਜੂ ਝੋਰ ਨੇ। ਆ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਤੁਹਾਡੀ ਤਾਂ ਸੋਟੀ 'ਚ ਇੰਨੀ ਤਾਕਤ, ਤੁਹਾਡੀ 'ਚ ਪਤਾ ਨਹੀਂ ਕਿੰਨੀ ਕੁ ਹੋਏਗੀ ਵੀ ਤੁਹਾਡੀ ਤਾਂ ਸੋਟੀ 'ਚ ਇੰਨੀ ਤਾਕਤ ਹੈ ਵੀ ਤੁਸੀਂ ਤਾਂ ਸਿਰ 'ਤੇ ਸੋਟੀ ਰੱਖੀ ਹੈ ਅਤੇ ਸੰਸਕ੍ਰਿਤ ਦਾ ਗਿਆਤਾ ਹੋ ਗਿਆ ਅਤੇ ਤੁਹਾਡੇ 'ਚ ਕਿੰਨੀ ਤਾਕਤ ਹੋਵੇਗੀ। ਤੁਹਾਨੂੰ ਕਹਿੰਦੇ ਤੁਸੀਂ, ਤੁਹਾਨੂੰ ਮੈਂ ਐਵੇਂ ਹੀ ਕਹਿੰਦਾ ਗਿਲਾ ਸ਼ਿਕਵਾ ਕਰ। ਨਹੀਂ ਕਹਿੰਦੇ ਭਾਈ ਕੋਈ ਹੋਵੇ ਨਾ ਸ਼ੰਕਾ ਦੂਰ ਕਰ ਲੈਂਦੇ, ਇਸ ਕਿਹੜੀ ਗੱਲ ਹੈ। ਮਨ 'ਚ ਸ਼ੰਕਾ ਨਹੀਂ ਰੱਖੀ ਦੀ, ਕੋਈ ਸ਼ੰਕਾ ਹੈ ਆਪਣੀ ਉਹ ਦੂਰ ਕਰ ਲਓ।
ਹੁਣ ਤਾਂ ਤੇਰੇ ਕਹਿੰਦਾ ਮੰਨ ਗਿਆ ਜੀ। ਮੈਂ ਤਾਂ ਹੈਰਾਨ ਵੀ ਜਿਹਦੀ ਸੋਟੀ 'ਚ ਇੰਨੀ ਤਾਕਤ ਹੈ, ਉਸ ਵਿੱਚ ਆਪਣੇ 'ਚ ਕਿੰਨੀ ਤਾਕਤ ਹੋਵੇਗਾ, ਕਿੰਨੀ ਸ਼ਕਤੀ ਦਾ ਮਾਲਕ ਹੋਏਗਾ। ਸੋ ਐਂ ਹੀ ਕਰਦੇ ਕਰਦੇ ਗੁਰੂ ਮਹਾਰਾਜ ਚਲਦੇ ਚਲਦੇ ਦਿੱਲੀ ਪਹੁੰਚ ਗਏ। ਮਿਰਜ਼ਾ ਜੈ ਸਿੰਘ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਆਏ ਨੂੰ, ਅੱਗੋਂ ਬੰਦੇ ਲੈ ਕੇ ਸਤਿਕਾਰ ਵਜੋਂ ਉਹਨਾਂ ਨੂੰ ਆਪਣੇ ਬੰਗਲੇ ਲੈ ਗਏ। ਅੱਜ ਕੱਲ੍ਹ ਆਪਾਂ ਕੋਠੀ ਕਹਿੰਦੇ, ਅੰਗਰੇਜ਼ਾਂ ਵੇਲੇ ਬੰਗਲਾ ਕਹਿੰਦੇ ਸੀ। ਇਹ ਨਾ ਨਹਿਰਾਂ ਦੇ ਕੰਢਿਆਂ 'ਤੇ ਬੰਗਲੇ ਬਣੇ ਹੋਏ ਸਨ ਅੰਗਰੇਜ਼ਾਂ ਦੇ ਰਿਹਾਇਸ਼ਾਂ, ਜਿੱਥੇ ਰਹਿੰਦੀਆਂ ਸੀ ਨਦੀ। ਪਰ ਵੱਡਾ ਸਾਰਾ ਘਰ ਸੀ, ਆਖਰ ਘਰ ਰਾਜਾ ਰਿਹਾ ਸੀ, ਉਹ ਆਪਣੇ ਬੰਗਲੇ 'ਚ ਲੈ ਗਿਆ। ਚਲੋ ਆਦਰ ਮਾਣ ਨਾਲ ਪਲੰਗ 'ਤੇ ਬਿਠਾਇਆ ਹੈ, ਆਦਰ ਮਾਣ ਕੀਤਾ, ਚਰਨ ਧੋਤੇ, ਜਲ ਪੀਤਾ। ਇਹ ਹੋਰ ਜਿਹੜੇ ਸੰਗਤ ਹੋਰ ਚੀਜ਼ਾਂ ਨਾਲ ਪਤਾ ਲੱਗੋ ਵੀ ਆਉਣ ਲੱਗ ਪਏ। ਰਾਜਾ ਗਿਆ ਆਪਣੀ ਰਾਣੀ ਕੋਲੇ ਵੀ ਗੁਰੂ ਮਹਾਰਾਜ ਆਏ ਨੇ, ਤੂੰ ਮੱਥਾ ਟੇਕ ਲੈ। ਕਹਿੰਦਾ ਦੇਖੋ ਜੀ, ਇਹ ਹੈਗੇ ਛੋਟੇ ਜਿਹੇ, ਮੈਨੂੰ ਨਹੀਂ ਪਤਾ ਇਹਨਾਂ 'ਚ ਸ਼ਕਤੀ ਹੈ ਕਿ ਨਹੀਂ ਹੈ। ਸ਼ਕਤੀ ਤੋਂ ਬਿਨਾਂ ਮੈਂ ਕਾਹਦਾ ਮੱਥਾ ਟੇਕਾਂ, ਮੈਂ ਤਾਂ ਇਹਨਾਂ ਦੀ ਪਰਖ ਕਰਨੀ ਹੈ ਪਹਿਲਾਂ। ਮਿਰਜ਼ਾ ਜੈ ਸਿੰਘ ਕਹੇ ਨਹੀਂ, ਸਾਧੂਆਂ ਦੀ ਪਰਖ ਨਹੀਂ ਕਰੀ ਦੀ ਹੁੰਦੀ। ਨਾ, ਮੈਂ ਤਾਂ ਪਰਖ ਕਰਨੀ। ਕਹਿੰਦੇ ਕੀ ਪਰਖ ਕਰਨੀ ਹੈ? ਕਹਿੰਦੇ ਮੈਂ ਆਪਣੀ ਸਹੇਲੀਆਂ ਦੇ ਵਿੱਚ ਬੈਠਾਂਗੀ, ਜੇ ਇਹਨਾਂ ਮੈਨੂੰ ਪਹਿਚਾਣ ਲਿਆ ਕਿ ਮੈਂ ਰਾਣੀ ਹਾਂ, ਮੈਂ ਤਾਂ ਮੰਨਾਂਗੀ। ਕਹਿੰਦੇ ਕੋਈ ਨਹੀਂ, ਪਰ ਮੈਂ ਬੇਨਤੀ ਕਰਕੇ ਵੇਖ ਲੈਣਾ। ਉਹ ਆਇਆ ਜੀ, ਕਹਿੰਦੇ ਮੇਰੀ ਰਾਣੀ ਇਸ ਤਰ੍ਹਾਂ ਕਹਿੰਦੀ ਹੈ ਜੀ। ਕਹਿੰਦੇ ਕੋਈ ਗੱਲ ਨਹੀਂ। ਗੁਰੂ ਮਹਾਰਾਜ ਸੋਟੀ ਲੈ ਕੇ ਉਹਦੀ ਸਹੇਲੀਆਂ ਇੱਕ ਦੇ ਸਿਰ 'ਤੇ ਰੱਖਦੇ ਨੇ, ਕਹਿੰਦੇ ਕੱਚੀ, ਦੂਜੇ ਸਿਰ 'ਤੇ ਰੱਖਦੇ, ਕਹਿੰਦੇ ਕੱਚੀ, ਤੀਜੇ ਦੇ ਸਿਰ 'ਤੇ ਕੱਚੀ, ਚੌਥੇ ਕੱਚੀ, ਜਦ ਰਾਣੀ ਦੇ ਸਿਰ 'ਤੇ ਰੱਖੀ ਕਹਿੰਦੇ ਪੱਕੀ। ਬਸ ਪੈਰ ਹੀ ਪੈ ਗਈ। ਕਹਿੰਦੇ ਵਾਕਈ ਸ਼ਕਤੀ ਹੈ ਉਹਦੀ। ਫਿਰ ਬੜੀ ਰਾਣੀ ਨੇ ਸੇਵਾ ਕੀਤੀ। ਫਿਰ ਰਾਣੀ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਡੇ ਕੋਈ ਪੁੱਤਰ ਨਹੀਂ ਹੈ ਅਤੇ ਮਗਰੋਂ ਰਾਜ ਪਾ ਕਰਨੀ, ਜਾਇਦਾਦ ਸੰਭਾਲਣੀ, ਧੀਆਂ ਤਾਂ ਤੁਹਾਨੂੰ ਪਤਾ ਬਗਾਨਾ ਧਨ ਹੁੰਦੀਆਂ ਚਲੀ ਜਾਂਦੀਆਂ, ਵੀ ਕੋਈ ਪੁੱਤਰ ਦੀ ਦਾਤ ਦੇ ਦਿਓ। ਗੁਰੂ ਮਹਾਰਾਜ ਪੁੱਤਰ ਦਾ ਵਰ ਦਿੱਤਾ, ਸਮਾਂ ਪਾ ਕੇ ਚੁੜਖਰ ਪੁੱਤਰ ਹੋ ਗਏ। ਉੱਥੇ ਗੁਰੂ ਮਹਾਰਾਜ ਰਹੇ। ਅਜੇ ਕੁਝ ਦਿਨ ਹੀ ਬੀਤੇ ਸਨ, ਔਰੰਗਜ਼ੇਬ ਨੇ ਅਜੇ ਸੱਦਿਆ ਹੀ ਨਹੀਂ ਉਹਨਾਂ ਨੂੰ। ਅਜੇ ਕੁਝ ਦਿਨ ਬੀਤੇ, ਇੰਨੇ ਚਿਰ ਦਿੱਲੀ ਚੀਚਕ ਫੈਲ ਗਈ ਹੈ। ਇਹ ਆਪ ਜੀ ਨੂੰ ਪਤਾ ਲਾਗ ਦੀ ਬਿਮਾਰੀ ਹੈ। ਕਈ ਸਾਹ ਦੀਆਂ ਬਿਮਾਰੀਆਂ ਹੁੰਦੀਆਂ, ਕਈ ਲਾਗ ਟੱਚ ਕਰੋ ਉਹਨੂੰ ਹੋ ਜਾਂਦੀ ਹੈ, ਕਈ ਸਾਹ ਹੋ ਜਾਂਦੀਆਂ। ਆਹ ਦੇਖੋ ਹੁਣ ਕਿਉਂ ਕਹਿੰਦੇ ਹਾਂ ਨੱਕ ਮੂੰਹ ਢੱਕ ਕੇ ਰੱਖੋ, ਪਤਾ ਹੈ ਵੀ ਜਿਹੜਾ ਕਰੋਨਾ ਹੈ ਇਹ ਸਾਹ ਤੋਂ ਵੀ ਹੋ ਜਾਂਦਾ ਹੈ, ਇਹ ਲਾਗ ਵੀ ਹੈ। ਹੱਥ ਮਿਲਾਓ ਕੇ ਕਰੋਨਾ ਵਾਲਿਆਂ ਨੇ ਤੁਹਾਨੂੰ ਹੋ ਸਕਦਾ ਹੈ, ਇਸ ਲਈ ਕਿੰਨਾ ਬਚਾਅ ਰੱਖਦੇ ਨੇ। ਇਹ ਦੂਰੀ ਰੱਖੋ ਜੀ 6 ਫੁੱਟ ਦੀ, ਕਹਿੰਦੇ ਬੜਾ ਕੁਛ ਨੇ ਜੀ। ਨੇੜੇ ਹੋ ਕੇ ਗੱਲ ਨਾ ਕਰੋ, ਆਪਣਾ ਮੂੰਹ ਨੱਕ ਢੱਕ ਕੇ ਰੱਖੋ, ਬਚਾਅ ਰੱਖੋ। ਖੈਰ, ਕਿਉਂਕਿ ਇੱਕ ਤੋਂ ਦੂਜੇ ਨੂੰ ਤੀਜੇ ਨੂੰ ਲੱਗ ਸਕਦੀ ਹੈ ਬਿਮਾਰੀ। ਇਸੇ ਤਰ੍ਹਾਂ ਚੀਚਕ ਹੈ ਜੀ, ਜਿਹਨੂੰ ਮਾਤਾ ਕਹਿੰਦੇ। ਵੱਡੀ ਵੱਡੀ ਮਾਤਾ ਨਿਕਲਦੇ, ਫਿਣਸੀਆਂ ਜਿਹਦੇ ਚਿਹਰੇ 'ਤੇ ਲਾਲ ਸੁਰਖ ਚਿਹਰਾ ਦੇ ਲਾਲ ਜਿਹੀਆਂ ਫਿਣਸੀਆਂ ਹੋ ਜਾਂਦੀਆਂ, ਉਹ ਤਾਂ ਚੀਚਕ ਫੈਲ ਗਈ ਜੀ। ਅੱਗੇ 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 ਜਿਵੇਂ ਕਰੋਨਾ ਦੇਖੋ ਸੰਸਾਰ 'ਚ ਹੀ ਫੈਲ ਗਏ। ਇਹ ਇੱਕੋ ਇੱਕ ਬਿਮਾਰੀ ਹੈ ਜਿਹੜੀ ਸਾਰੇ ਸੰਸਾਰ ਨੂੰ ਹੋ ਗਈ, ਨਹੀਂ ਤਾਂ ਕੁਝ ਇਲਾਕੇ 'ਚ ਰਹਿੰਦੀ ਹੈ ਬਿਮਾਰੀ। 1820 ਦੇ ਵਿੱਚ ਜਾ ਕੇ, ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਹਿੰਦੁਸਤਾਨ 'ਚ ਇੱਕ ਬਿਮਾਰੀ ਫੈਲੀ ਸੀ। ਉਦੋਂ ਹਿੰਦੁਸਤਾਨ ਦੇ ਵਿੱਚ 1.5 ਕਰੋੜ ਬੰਦਾ ਮਰ ਗਿਆ ਇਸ ਬਿਮਾਰੀ ਨਾਲ, ਜਦੋਂ ਕਿ ਆਬਾਦੀ ਥੋੜ੍ਹੀ ਸੀ। ਉਦੋਂ ਇੰਨੀ ਦੁਨੀਆ ਮਰ ਗਈ ਕਿ ਡਾਕਟਰੀ ਇਲਾਜ ਦੇ ਕੋਈ ਵਧੀਆ ਹੁੰਦੇ ਕੋਈ ਨਹੀਂ ਸੀ, ਅਤੇ ਉਦੋਂ ਤਾਂ ਚੀਚਕ ਦਾ ਇਲਾਜ ਹੀ ਬਿਲਕੁਲ ਨਹੀਂ ਸੀ ਹੁੰਦਾ। ਉਹ ਫੈਲ ਗਈ, ਮਰਨੇ ਸ਼ੁਰੂ ਹੋ ਗਏ। ਗੁਰੂ ਮਹਾਰਾਜ ਸਿੱਖਾਂ ਨੂੰ ਨਾਲ ਲਿਆ ਕਿ ਭਾਈ ਜਿਨ੍ਹਾਂ ਇਲਾਕੇ ਚੀਚਕ ਜ਼ਿਆਦਾ ਫੈਲੇ, ਚਲੋ ਸੇਵਾ ਕਰੀ, ਲੰਗਰ ਲਾਓ। ਉੱਥੇ ਲੰਗਰ ਲਾਤੇ, ਲੋਕਾਂ ਲੰਗਰ ਪਾਣੀ ਛਕਾਉਣਾ ਸ਼ੁਰੂ ਕਰਤਾ। ਬੜਾ 8 ਮਹੀਨੇ ਗੁਰੂ ਮਹਾਰਾਜ ਸੇਵਾ ਕਰਦੇ ਰਹੇ। ਔਰੰਗਜ਼ੇਬ ਬੜਾ ਖੁਸ਼ ਹੋਇਆ ਵੀ ਦੇਖੋ ਇਹਨੇ, ਹੈ ਤਾਂ ਉਹਦੀ ਪਰਜਾ ਸੀ ਨਾ ਔਰੰਗਜ਼ੇਬ ਦੀ, ਵੀ ਇਹਨਾਂ ਕਿੰਨੀ ਆ ਕੇ ਗੁਰੂ ਮਹਾਰਾਜ ਦੇ ਸਿੱਖਾਂ ਨੇ ਇੱਥੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਕਿਲੇ ਇਹ ਚੀਚਕ ਜਿਹੜੀ ਹੈ ਛੋਟੇ ਬੱਚਿਆਂ ਨੂੰ ਛੇਤੀ ਹੁੰਦੀ। ਕੋਈ ਵਿਰਲਾ ਟਾਵਾ ਤੁਹਾਡੇ 'ਚ ਹੋਣਾ ਜਿਹਨੂੰ ਛੋਟੀ ਉਮਰ ਨਾ ਨਿਕਲੇ ਮਾਤਾ, ਮੀਜ਼ਲਸ ਜਿਹਨੂੰ ਕਹਿੰਦੇ, ਪਹਿਲੀ ਅਵਸਥਾ ਇਹ ਹੁੰਦੀ ਹੈ। ਬੁਖਾਰ ਚੜ੍ਹ ਜਾਂਦਾ ਤੇਜ਼,
ਚਿਹਰਾ ਲਾਲ ਹੋ ਜਾਂਦਾ, ਫਿਰਸੀਆਂ ਛੋਟੀ ਛੋਟੀਆਂ ਹੁੰਦੀਆਂ, ਉਹ ਸਰੀਰ ਮੱਚਦਾ। ਮੈਨੂੰ ਵੀ ਇੱਕ ਵਾਰੀ ਹੋ ਗਏ ਛੋਟਿਆਂ ਹੁੰਦੇ, ਮੈਨੂੰ ਹੀ ਪਤਾ ਕੀ ਮੇਰਾ ਹਾਲ ਹੋਇਆ। ਉਹ ਕਨੀਨ ਦਿਆ ਕਰਨਾ ਮੈਨੂੰ ਖਾਣ ਨੂੰ, ਖੱਟੇ ਜਿਹੇ ਰੰਗ ਦੀ, ਪੀਲੇ ਜਿਹੇ ਰੰਗ ਦੀ ਗੋਲੀ ਹੁੰਦੀ ਸੀ। ਛੋਟੇ ਬੱਚੇ ਲੰਘਾਣੀ ਨਹੀਂ ਹੁੰਦੀ ਪਾਣੀ ਨਾਲ। ਵੱਡਾ ਤੁਹਾਡੇ ਕੀਤਾ ਉਹ ਬਥੇਰਾ, ਮੈਂ ਕਹਿੰਦਾ ਬਾਪੂ ਨੇ ਕਹਿਣਾ ਐਂ ਕਰ, ਮੂੰਹ 'ਚ ਪਾ, ਉਹ ਲੰਘਣੀ ਨਾ ਅੰਦਰ। ਉਹ ਫਿਰ ਉਹਨੂੰ ਜਦੋਂ ਚੱਬਣਾ ਮੈਂ, ਉਹ ਜ਼ਹਿਰ ਵਰਗੀ ਕਵੜੀ, ਮੂੰਹ ਕੌੜਾ ਹੋ ਜਾਣਾ, ਬੁਰਾ ਹਾਲ ਹੈ। ਕਈ ਦਿਨਾਂ ਬਾਅਦ ਜਾ ਕੇ ਮੈਂ ਠੀਕ ਹੋਇਆ। ਚਲੋ ਉਹਨੇ ਜਿਹੀ ਦਵਾਈਆਂ ਨਿਕਲ ਪਈਆਂ ਸਨ। ਗੁਰੂ ਮਹਾਰਾਜ ਤੇ ਦਵਾਈਆਂ ਵੀ ਕੋਈ ਨਹੀਂ ਸਨ ਉਦੋਂ। ਕਰਦਿਆਂ ਗੁਰੂ ਮਹਾਰਾਜ ਨੂੰ ਆਪ ਹੀ ਚੀਚਕ ਨਿਕਲ ਆਈ। ਗੁਰੂ ਮਹਾਰਾਜ ਸੋਚਿਆ ਵੀ ਜੇ ਹੁਣ ਮੈਂ ਇਹ ਮਿਰਜ਼ਾ ਜੈ ਸਿੰਘ ਦੇ ਬੰਗਲੇ 'ਚ ਰਹਿਣਾ, ਅਤੇ ਜੇ ਕਿਸੇ ਘਰ ਦੇ ਕਿਸੇ ਜੀਅ ਨੂੰ ਅੱਗੇ ਚੀਚਕ ਹੋ ਗਈ, ਉਹ ਕਦੇ ਚੰਗੇ ਸਾਡੇ ਘਰ ਗੁਰੂ ਆਏ ਨੇ, ਅਸੀਂ ਇੰਨੇ ਮਹੀਨਿਆਂ ਦੀ ਸੇਵਾ ਕੀਤੀ, ਇਹ ਸਾਨੂੰ ਵੀ ਬਿਮਾਰ ਕਰ ਗਏ ਨੇ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਭਾਈ ਸਾਡੇ ਜਮਨਾ ਨਦੀ ਦੇ ਕੰਢੇ 'ਤੇ ਸਾਡਾ ਟੈਂਟ ਲਾ ਦਿਓ, ਵੀ ਅਸੀਂ ਤਾਂ ਉੱਥੇ ਰਹਾਂਗੇ। ਉਹਨਾਂ ਨੇ ਜਿਹੜਾ ਰਾਜੇ ਦਾ ਬੰਗਲਾ ਛੱਡਤਾ ਹੈ, ਉੱਥੇ ਟੈਂਟ ਚਲੇ ਗਏ। ਚਲੋ ਸੰਗਤ ਹੌਲੀ ਹੌਲੀ ਉੱਥੇ ਜਾਣ ਲੱਗ ਪਈ। ਬੁਖਾਰ ਚੜ੍ਹਦਾ ਰਿਹਾ, ਅਖੀਰ ਨੂੰ ਇੰਨਾ ਬੁਖਾਰ ਹੋ ਗਿਆ ਕਿ ਗੁਰੂ ਮਹਾਰਾਜ ਨੇ ਸੋਚਿਆ ਵੀ ਹੁਣ ਬਸ ਸਾਡਾ ਸਰੀਰ ਤਿਆਗਣ ਦਾ ਵੇਲਾ ਆ ਗਿਆ ਹੈ। ਉਹਨਾਂ ਸਿੱਖਾਂ ਨੂੰ ਕਿਹਾ ਭਾਈ ਸਾਡਾ ਤਾਂ ਵੇਲਾ ਆ ਗਿਆ ਸਰੀਰ ਤਿਆਗਣ ਦਾ, ਵੀ ਇਹ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸਾਨੂੰ। ਸਿੱਖਾਂ ਪੁੱਛਿਆ ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲਿਓ? ਅਤੇ ਉਹ ਕਹਿੰਦੇ ਬਈ ਬਾਬਾ ਬਕਾਲੇ। ਬਸ ਇੰਨਾ ਕਿਹਾ ਅਤੇ ਸਰੀਰ ਤਿਆਗਤਾ। ਇਹਨਾਂ ਕਿਹਾ ਸਰੀਰ ਤਿਆਗਤਾ, ਕਿਉਂਕਿ ਜੇ ਤਾਂ ਨਾਮ ਲੈ ਲੈਂਦੇ ਫਿਰ ਤਾਂ ਬਾਬੇ ਬਕਾਲੇ ਬਾਈਆਂ ਮੰਜੀਆਂ ਨਹੀਂ ਸੀ ਬਹਿਣਾ ਨਾ ਜੀ। ਉਹ ਇਸੇ ਲਈ ਬੈਠੇ ਉੱਤੇ ਵੀ ਹਾਂ ਬਾਬਾ ਬਕਾਲੇ, ਆਪਾਂ ਕਹਿੰਦਾ ਮੈਨੂੰ ਕਹਿ ਗਏ ਨੇ ਬਾਬਾ, ਉਹ ਮੈਨੂੰ ਕਹਿ ਗਏ ਨੇ। ਸਾਰੇ ਗੁਰੂ ਬਣ ਬੈਠੇ ਸਨ। ਖੈਰ, ਤਾਂ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਸਰੀਰ ਤਿਆਗ, ਉਹਨਾਂ ਚਲੋ ਅਫਸੋਸ ਕਰਕੇ ਆਉਣਾ ਚਾਹੀਦਾ ਹੈ। ਅਤੇ ਗੁਰੂ ਮਹਾਰਾਜ ਨੇ ਮਨ 'ਚ ਪ੍ਰਤਿੱਗਿਆ ਕੀਤੀ ਸੀ ਮੈਂ ਔਰੰਗਜ਼ੇਬ ਦੇ ਮੱਥੇ ਹੀ ਨਹੀਂ ਲੱਗਣਾ। ਕੁਦਰਤੀ ਹੀ ਐਸੇ ਮੌਕੇ ਮੱਥੇ ਲੱਗਣ ਦੀ ਲੋੜ ਹੀ ਨਹੀਂ ਪਈ, ਅਤੇ ਗੁਰੂ ਮਹਾਰਾਜ ਸਰੀਰ ਤਿਆਗ। ਔਰੰਗਜ਼ੇਬ ਨੇ ਆਇਆ, ਮਾਤਾ ਜੀ ਨੇ ਅਫਸੋਸ ਕੀਤਾ ਵੀ ਇਸ ਤਰ੍ਹਾਂ ਹੈ। ਅਤੇ ਔਰੰਗਜ਼ੇਬ ਕਹਿੰਦਾ ਵੀ ਮੈਂ ਦਰਸ਼ਨ ਕਰ ਲਾਂ ਜੀ, ਚਾਦਰ ਚੱਕ ਕੇ। ਮਾਤਾ ਨੇ ਸੋਚਿਆ ਵੀ ਚਲੋ ਹੁਣ ਤਾਂ ਸਰੀਰ ਹੀ ਤਿਆਗ ਕੇ ਨੇ, ਹੁਣ ਤਾਂ ਪ੍ਰਤਿੱਗਿਆ ਪੂਰੀ ਹੋ ਗਈ ਵੀ ਮੈਂ ਜਿਉਂਦੇ ਜੀ ਦਰਸ਼ਨ ਨਹੀਂ ਦੇਣੇ, ਵੀ ਚਲੋ ਕਰ ਲੈਣ ਦੇ। ਕਹਾ ਜੀ ਕਰ ਲਓ ਜੀ। ਜਦੋਂ ਔਰੰਗਜ਼ੇਬ ਨੇ ਚਾਦਰ ਚੱਕੀ, ਕੀ ਵੇਖਦਾ ਹੇਠਾਂ ਖੂਹ ਹੈ ਅਤੇ ਚਾਨਣ ਨਾਲ ਭਰਿਆ ਹੋਇਆ ਹੈ। ਉਹ ਤਾਂ ਡਰ ਗਿਆ ਵੀ ਆਹ ਕੀ। ਉਹਨੇ ਚਾਦਰ ਉਸੇ ਤੇਰੇ ਉੱਤੇ ਰੱਖ ਦਿੱਤੀ। ਚਲੋ 2-4 ਮਿੰਟ ਮਾਤਾ ਜੀ ਨੇ ਅਫਸੋਸ ਕਰਕੇ ਔਰੰਗਜ਼ੇਬ ਵਾਪਸ ਆ ਗਿਆ ਹੈ। ਸੋ ਇਹ ਗੱਲ ਹੈਗੀ 64 ਸਨ ਦੀ, 1664 ਈਸਵੀ। 56 'ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ, 1664 'ਚ ਉਹਨਾਂ ਨੇ ਸਰੀਰ ਤਿਆਗਤਾ। ਉਸ ਵੇਲੇ ਉਹਨਾਂ ਦੀ ਉਮਰ ਪੌਣੇ 8 ਸਾਲ ਸੀ ਕੁੱਲ। 5.25 ਸਾਲ ਦੀ ਉਮਰ 'ਚ ਗੁਰੂ ਬਣੇ, ਪੌਣੇ 8 ਸਾਲ ਦੀ ਉਮਰ ਸਰੀਰ ਤਿਆਗਦਾ। 2.5 ਸਾਲ ਗੁਰੂ ਰਹੇ ਹੋ। ਉਹਨਾਂ ਸਿਰਫ ਗੁਰਗੱਦੀ 'ਤੇ 2.5 ਸਾਲ ਬਿਰਾਜਮਾਨ ਕੀਤਾ। 10 ਗੁਰੂਆਂ ਦੇ ਸਭ ਤੋਂ ਛੋਟੀ ਉਮਰ ਦੇ ਸਨ। ਜਿਵੇਂ ਸਭ ਤੋਂ ਵੱਡੀ ਉਮਰ ਦੇ ਗੁਰੂ ਤੇ ਤੀਸਰੇ ਪਾਸੇ ਗੁਰੂ ਅਮਰਦਾਸ ਮਹਾਰਾਜ, ਉਹ 95 ਸਾਲਾਂ ਦੀ ਉਮਰ ਜਾ ਕੇ ਸਰੀਰ ਤਿਆਗਿਆ ਉਹਨਾਂ ਨੇ। ਇਹਨਾਂ ਨੇ ਪੌਣੇ 8 ਸਾਲ ਦੀ ਉਮਰ 'ਚ ਸਰੀਰ ਤਿਆਗ ਦਿੱਤਾ। ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਨਾ ਜੀ, ਉੱਥੇ 2 ਗੁਰਦੁਆਰਾ ਸਾਹਿਬ ਦਿੱਲੀ ਬਣੇ ਹੋਏ ਹਨ। ਇੱਕ ਬੰਗਲਾ ਸਾਹਿਬ ਜਿੱਥੇ ਰਹੇ ਮਿਰਜ਼ਾ ਜੈ ਸਿੰਘ ਦਾ ਬੰਗਲਾ ਸੀ, ਜਿੱਥੇ ਉਹ ਰਹੇ, ਉਸ ਸਥਾਨ ਨੂੰ ਉਹ ਗੁਰਦੁਆਰਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ। ਅਤੇ ਦੂਸਰਾ ਜਿੱਥੇ ਉਹਨਾਂ ਸਰੀਰ ਤਿਆਗਿਆ ਛੋਟੇ ਹੁੰਦੇ ਰਹੇ ਜੋ, ਉਹ ਬਾਲਾ ਸਾਹਿਬ ਹੈ, ਜਮਨਾ ਨਦੀ ਦੇ ਕੰਢੇ ਕੋਲ। ਸੋ ਉਹਨਾਂ ਦੀ ਯਾਦ 'ਚ 2 ਗੁਰਦੁਆਰਾ ਸਾਹਿਬ ਉੱਥੇ ਹਨ। ਸੋ ਇਸ ਲਈ ਆਪਾਂ ਨੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਬਣਾਇਆ ਸੀ। ਅਤੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਜਿਹਦਾ ਵੀ ਦਿਨ ਮਨਾਉਂਦੇ, ਚਾਹੇ ਸ਼ਹੀਦੀ ਦਿਨ ਹੈ, ਚਾਹੇ ਪ੍ਰਕਾਸ਼ ਦਿਹਾੜਾ ਹੈ, ਚਾਹੇ ਕੋਈ, ਆਪਾਂ ਉਹਨਾਂ ਦੇ ਜੀਵਨ ਬਾਰੇ ਫਿਰ ਵਿਚਾਰ ਕਰਦੇ ਹਾਂ ਵੀ ਤਾਂ ਜੋ ਸਾਨੂੰ ਸੰਗਤ ਨੂੰ ਪਤਾ ਲੱਗਦਾ ਰਹੇ ਵੀ ਜਿਨ੍ਹਾਂ ਦਾ ਅਸੀਂ ਦਿਹਾੜਾ ਮਨਾਇਆ ਹੈ ਉਹ ਸਾਡੇ ਵੱਡੇ ਵਡੇਰੇ ਕਿਹੋ ਜਿਹੇ ਸਨ। ਵੱਡਿਆਂ ਵਡੇਰਿਆਂ ਬਾਰੇ ਸਾਨੂੰ ਜ਼ਰੂਰ ਗਿਆਨ ਹੋਣਾ ਚਾਹੀਦਾ, ਕਿਉਂਕਿ
ਗੁਰਬਾਣੀ ਕਹਿੰਦੇ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਵੱਡੇ ਵਡੇਰਿਆਂ ਦੀ ਜਿਹੜੀ ਕਥਾ ਵਾਰਤਾ ਹੁੰਦੀਆਂ ਨਾ, ਇਹ ਪੁੱਤਰਾਂ ਨੂੰ ਸੁਪੁੱਤਰ ਬਣਾਉਂਦੀਆਂ, ਚੰਗੇ ਇਨਸਾਨ ਬਣਾਉਂਦੀਆਂ ਨੇ। ਜਿਉਂ ਆਪਾਂ ਚੰਗੀਆਂ ਗੱਲਾਂ ਸੁਣਦੇ ਰਹਿੰਦੇ ਹਾਂ, ਚੰਗਿਆਂ ਦੀ ਸੰਗਤ ਕਰਦੇ ਰਹਿੰਦੇ ਹਾਂ, ਹੌਲੀ ਹੌਲੀ ਆਪਾਂ ਚੰਗੇ ਹੁੰਦੇ ਜਾਂਦੇ। ਹੁਣ ਦੇਖੋ 2300 ਬੰਦਿਆਂ ਨੇ ਮੇਰੇ ਤੋਂ ਅਖੰਡ ਪੜ੍ਹ ਸਕੇ। ਮੈਂ ਨਹੀਂ ਕਿਸੇ ਨੂੰ ਕਿਹਾ ਵੀ ਤੂੰ ਅੰਮ੍ਰਿਤ ਛਕ ਲੈ। ਉਹ ਜਿਉਂ ਬਾਣੀ ਪੜ੍ਹੀ ਗਏ ਹੋ ਉਹਨਾਂ ਨੂੰ ਸਮਝ ਆਈ ਗਈ। ਜਿਉਂ ਬਾਣੀ ਪੜ੍ਹੀ ਗਏ ਸਮਝ ਆਏਗੀ ਵੀ ਉਹ ਗੁਰੂ ਤੋਂ ਬਿਨਾਂ ਤਾਂ ਗਤ ਨਹੀਂ ਹੋਣੀ, ਵੀ ਗੁਰੂ ਵਾਲੇ ਹੋਣਾ ਚਾਹੀਦਾ। ਤੇ ਆਪੇ ਹੀ ਲੱਗੇ ਅਸਰ ਕਰਨ। ਜੇ ਪੜ੍ਹਿਆ ਤੇ ਤਾਂ ਹੀ ਹੋਏ ਨਾ। ਜੇ ਆਪਾਂ ਪੜ੍ਹਦੇ ਸੁਣਦੇ ਹੀ ਨਾ ਕਿਸੇ ਤੋਂ ਬਾਣੀ, ਕੋਈ ਕਥਾ ਵਾਰਤਾ ਨਾ ਸੁਣੀ, ਆਪਾਂ ਨੂੰ ਕੀ ਗਿਆਨ ਹੋ ਸਕਦਾ। ਇਸ ਲਈ ਵੱਡੇ ਵਡੇਰੇ ਜਿਹੜੇ ਹੋਏ ਨੇ ਆਪਣੇ, ਉਹਨਾਂ ਬਾਰੇ ਜੇ ਕਿਤਾਬਾਂ ਉਹਨਾਂ ਕਿਤਾਬਾਂ ਪੜ੍ਹਦੇ ਰਹਿਣਾ ਚਾਹੀਦਾ। ਨਹੀਂ ਤਾਂ ਜਿਵੇਂ ਕਥਾ ਵਾਰਤਾ ਕਿਤੇ ਹੁੰਦੀ ਹੈ, ਉਹ ਕਥਾ ਵਾਰਤਾ ਸੁਣਦੇ ਰਹਿਣਾ ਚਾਹੀਦਾ। ਮੰਨ ਲਓ ਇਹ ਰਿਕਾਰਡ ਹੋ ਗਈ ਹੈ, ਠੀਕ ਹੈ, YouTube 'ਤੇ ਵੀ ਆ ਜਾਏਗੀ ਕੱਲ੍ਹ ਨੂੰ। ਤੁਸੀਂ ਫੇਰ ਕਦੇ ਤੁਸੀਂ ਗਿਆਨ ਹਾਸਲ ਕਰਨਾ ਵੀ ਹਾਂ 8ਵੇਂ ਪਾਤਸ਼ਾਹ ਦਾ ਜੀਵਨੀ ਦੀਆਂ ਕਈ ਗੱਲਾਂ ਭੁੱਲ ਗਈਆਂ ਨੇ, ਆਪਾਂ ਦੇਖੋ ਤੋਂ ਕੱਢ ਲਓ, ਫਿਰ ਕਰ ਰਿਨਿਊ ਹੋ ਜਾਂਦਾ। ਜਿਵੇਂ ਹਾਂਜੀ ਇਸ ਤਰ੍ਹਾਂ ਗਿਆਨ ਰਿਨਿਊ ਹੋ ਜਾਂਦਾ ਹੈ। ਸੋ ਇਸ ਲਈ 8ਵੇਂ ਪਾਤਸ਼ਾਹ ਦਾ ਪੜ੍ਹੇ, ਇਸ ਲਈ ਪ੍ਰਕਾਸ਼ ਜਿਹੜਾ ਬਣਾਇਆ ਸੀ ਅਤੇ ਅਖੰਡ ਪਾਠ ਕੀਤੇ ਸਨ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।